ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਜਿਹੜਾ ਡਾਕਟਰ ਹੁੰਦਾ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈਗਾ, ਪਰ ਅਜੋਕੇ ਸਮੇਂ ਦੇ ਵਿੱਚ ਜਿਹੜਾ ਹੈਗਾ ਰੱਬ ਦਾ ਰੂਪ ਵੀ ਕੁਝ ਜਿਹੜਾ ਹੈਗਾ ਇਹਨਾਂ ਦਾ ਡਾਕਟਰਾਂ ਦੇ ਰੂਪ ਸ਼ਕਲ ਦੇ ਵਿੱਚ ਜਿਹੜਾ ਦਿਖਦਾ ਨਜ਼ਰ ਨਹੀਂ ਆ ਰਿਹਾ। ਆਪਾਂ ਦੇਖਦੇ ਕਿ ਆਪਣੇ ਇਲਾਕੇ ਦੇ ਜੇ ਗੱਲ ਕਰੀਏ, ਆਪਾਂ ਜੀਰਕਪੁਰ ਡੇਰਾਬੱਸੀ ਦੀ ਗੱਲ ਕਰੀਏ ਤਾਂ ਇੱਥੇ ਝੋਲਾ ਛਾਪ ਡਾਕਟਰ ਜਿਹੜੇ ਹੈਗੇ ਇਹਨਾਂ ਦੀ ਭਰਮਾਰ ਵੱਧਦੀ ਜਾ ਰਹੀ ਹੈਗੀ ਹੈ ਔਰ ਲੋਕਾਂ ਦੀਆਂ ਜਾਨਾਂ ਦਾ ਜਿਹੜਾ ਹੈਗਾ ਨੁਕਸਾਨ ਦਿਨ ਬ ਦਿਨ ਵੱਧਦਾ ਜਾ ਰਿਹਾ। ਆਪਾਂ ਇਸ ਸੰਬੰਧੀ ਜਿਹੜੀ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਡਾਕਟਰ ਦਲੇਰ ਸਿੰਘ ਮੁਲਤਾਨੀ ਜੀ ਸਾਡੇ ਨਾਲ ਹਾਜ਼ਰ ਆ। ਰਿਟਾਇਰ ਹੈਗੇ ਸਿਵਲ ਸਰਜਨ ਰਿਟਾਇਰ ਹੈਗੇ ਆ। ਆਪਾਂ ਇਸ ਸੰਬੰਧੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਇੱਕ ਬਹੁਤ ਜਦੋਂ ਆਪਾਂ ਗੱਲ ਕਰਦੇ ਕਿਸੇ ਜ਼ਿੰਦਗੀ ਦੀ ਗੱਲ ਕਰਦੇ, ਇੱਕ ਡਾਕਟਰ ਦਾ ਜਿਹੜਾ ਚਿਹਰਾ ਹੈਗਾ ਰੱਬ ਦੇ ਰੂਪ 'ਚ ਨਜ਼ਰ ਆਉਂਦਾ ਹਮੇਸ਼ਾ। ਇਸ ਨੂੰ ਦਾਗ ਜਿਹਾ ਕਿਉਂ ਲੱਗਦਾ ਜਾ ਰਿਹਾ ਅੱਜ ਕੱਲ੍ਹ? ਦੇਖੋ, ਇਹਦੇ 'ਚ ਨਾ ਐਕਚੁਅਲੀ ਮਲਟੀਪਲ ਰੀਜ਼ਨਸ ਨੇ ਔਰ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਾਂਗਾ, ਜਦੋਂ ਦਾ ਇਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਬਣਿਆ ਨਾ, ਉਹਦੇ 'ਚ ਇਹ ਹੈਗਾ ਕਿ ਡਾਕਟਰਸ ਦੀ ਜਿਹੜੀ ਹੈਗੀ ਹੈ ਉਹ ਕਿਸੇ ਕਿਸਮ ਦੀ ਵੀ ਨੈਗਲੀਜੈਂਸ, ਭਾਵੇਂ ਉਹ ਡਾਇਰੈਕਟ ਹੋਵੇ ਜਾਂ ਨਾ ਹੋਵੇ, ਉਹਨੂੰ ਲੋਕ ਚੱਕ ਕੇ ਕੰਜ਼ਿਊਮਰ ਕੋਰਟ 'ਚ ਲੈ ਜਾਂਦੇ ਨੇ। ਉਸ ਤੋਂ ਡਰਦੇ ਹੋਏ ਅੱਜ ਜੋ ਹਾਲਾਤ ਬਣ ਗਏ ਆ ਡਾਕਟਰਸ ਦੇ, ਉਹ ਬੇਸਿਕਲੀ ਜਿਵੇਂ ਆਪਾਂ ਕਹਿੰਦੇ ਵੀ ਆਪਾਂ ਕੋਈ ਪ੍ਰੋਡਕਟ ਖਰੀਦਣ ਜਾਂਦੇ ਆ, ਇਸੇ ਤਰ੍ਹਾਂ ਦੀ ਪ੍ਰੋਡਕਟ ਜਿਹੜੀ ਹੈਗੀ ਹੈ ਇਹ ਮੈਡੀਕਲ ਸਰਵਿਸ ਬਣ ਗਈ ਵਿੱਚ ਜਿਹੜੀ ਹੈਗੀ ਹੈ। ਉਹਦੇ ਨਾਲ ਫਿਰ ਲੋਕ ਜਾਂ ਡਾਕਟਰਸ ਆਪਾਂ ਕਹੀਏ ਕੋਈ ਡਰ ਕੇ ਉਹ ਮਤਲਬ ਜਿਹੜੀ ਸਰਵਿਸ ਦੇ ਰਹੇ ਆ, ਸਪੋਜ਼ ਕੋਈ ਬੰਦਾ ਬਿਮਾਰ ਆ ਗਿਆ, ਉਹਨੂੰ ਪਹਿਲਾਂ ਸਾਰੇ ਨਾ ਜਦੋਂ ਆਪਾਂ ਥੋੜ੍ਹੇ ਛੋਟੇ ਸੀਗੇ ਜਾਂ ਅਰਲੀ ਸਟੇਜ ਦੇ ਵਿੱਚ ਜਦੋਂ ਡਾਕਟਰ ਬਣੇ, ਉਦੋਂ ਲੋਕ ਆਪਾਂ ਵਰਡ ਯੂਜ਼ ਕਰਦੇ ਸੀਗੇ ਕਿ ਕਲੀਨਿਕਲ ਸੈਂਸ ਹੁੰਦੀ ਹੈ, ਡਾਕਟਰ ਮਰੀਜ਼ ਨੂੰ ਦੇਖ ਕੇ ਦੱਸਦਾ। ਹੁਣ ਡਾਕਟਰ ਜਿਹੜਾ ਹੈਗਾ ਉਹ ਉਸ ਦੇ ਟੈਸਟ ਕਰਾ ਕੇ ਤੇ ਫਿਰ ਦੱਸਦਾ ਬਿਮਾਰੀ ਦੇ ਬਾਰੇ ਗੱਲ ਕਰਦਾ। ਉਹ ਟੈਸਟ ਜਿਹੜੇ ਹੈਗੇ ਨੇ ਉਹ ਕੋਸਟਲੀ ਪੈਂਦੇ ਆ ਔਰ ਇੱਥੇ ਤੱਕ ਵੀ ਹੋਇਆ ਕਿ ਜੇ ਤੁਸੀਂ ਟੈਸਟ ਨਹੀਂ ਵੀ ਕਰਵਾਏ ਨਾ ਤਾਂ ਕਈ ਵਾਰੀ ਉਹ ਲੋਕ ਵੀ ਜਿਹੜੇ ਹੈਗੇ ਆ ਉਹ ਕੋਰਟ 'ਚ ਚਲੇ ਜਾਂਦੇ ਆ। ਹੁਣ ਮੈਂ ਪਿੱਛੇ ਜੇ ਇੱਕ ਸੁਪਰੀਮ ਕੋਰਟ ਦੇ ਉੱਤੇ ਕੇਸ ਚੱਲ ਰਿਹਾ ਸੀਗਾ ਕਿ ਅਗਰ ਡਾਕਟਰ ਨੇ ਜਿਹੜੀ ਹੈਗੀ ਆ ਉਹ ਤੁਹਾਨੂੰ ਟੈਲੀਫੋਨ 'ਤੇ ਕੰਸਲਟੇਸ਼ਨ ਦੇ ਦਿੱਤੀ ਅਤੇ ਉਹ ਮਰੀਜ਼ ਨਹੀਂ ਠੀਕ ਹੋਇਆ ਤਾਂ ਉਹ ਵੀ ਮਰੀਜ਼ ਜਿਹੜਾ ਚੱਕ ਕੇ ਉਹਨਾਂ ਨੂੰ ਡਾਕਟਰ ਨੂੰ ਕੋਰਟ 'ਚ ਲੈ ਗਿਆ। ਸੋ ਇਹ ਇਸ ਕਰਕੇ ਨਾ ਇਹ ਕਮਰਸ਼ਲਾਈਜ਼ ਹੋ ਗਿਆ ਬੇਸਿਕਲੀ। ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਉਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਉਹ ਬਣਿਆ ਕਿ ਡਾਕਟਰਸ ਨੂੰ ਉੱਥੇ ਖੜਾ ਕਰ ਦਿੱਤਾ ਜਾਂਦਾ ਜਦੋਂ ਕਿ ਦੇਖੋ ਮਾਨਯੋਗ ਕੋਰਟਾਂ ਨੇ ਇਹ ਗੱਲ ਕਹੀ ਹੈ ਕਿ ਡਾਕਟਰ ਜਿਹੜਾ ਹੈਗਾ ਨਾ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰੱਬ ਦਾ ਰੂਪ ਕਹੋ ਜਾਂ ਨਾ ਕਹੋ, ਅੱਜ ਕੱਲ੍ਹ ਤਾਂ ਵੈਸੇ ਰੱਬ ਦਾ ਰੂਪ ਨਹੀਂ ਕਹਿੰਦੇ, ਅੱਜ ਕੱਲ੍ਹ ਤਾਂ ਲੋਕ ਡਾਕੂ ਕਹਿੰਦੇ ਆ ਡਾਕਟਰਸ ਨੂੰ। ਉਨੀ ਦੇਰ ਤੱਕ ਡਾਕਟਰ ਜਿਹੜਾ ਹੈਗਾ ਉਹ ਰੱਬ ਦਾ ਰੂਪ ਹੈ ਜਿੰਨੀ ਦੇਰ ਤੱਕ ਮਰੀਜ਼ ਜਿਹੜਾ ਹੈਗਾ ਉਹਦੇ ਹਸਪਤਾਲ 'ਚ ਪਿਆ, ਜਦੋਂ ਉਹ ਬਾਹਰ ਨਿਕਲਦਾ ਉਦੋਂ ਉਹਨੂੰ ਡਾਕੂ ਕਹਿਣ ਲੱਗ ਜਾਂਦੇ ਆ। ਲੇਕਿਨ ਸੁਪਰੀਮ ਕੋਰਟ ਨੇ ਇੱਥੇ ਤੱਕ ਵੀ ਇਹ ਗੱਲ ਕਹਿਤੀ ਕਿ ਜਦੋਂ ਡਾਕਟਰ ਜਿਹੜਾ ਮਰੀਜ਼ ਨੂੰ ਦੇਖਦਾ ਹੈ ਉਸ ਟਾਈਮ 'ਤੇ, ਕਿਉਂਕਿ ਉਸ ਟਾਈਮ ਉਹਨੇ ਡਿਸੀਜ਼ਨ ਲੈਣਾ ਹੁੰਦਾ ਹੈ, ਉਸ ਟਾਈਮ 'ਤੇ ਜੋ ਉਹਦਾ ਦਿਮਾਗ 'ਚ ਜੋ ਆਇਆ ਵਿੱਚ ਉਸਨੇ ਔਰ ਜੋ ਜਿੰਨੀ ਕੁ ਉਸਨੇ ਪੜ੍ਹਾਈ ਕੀਤੀ ਹੈ ਉਹਦੇ ਅਕੋਰਡਿੰਗਲੀ ਉਹਨੇ ਮਰੀਜ਼ ਨੂੰ ਗੱਲ ਦੱਸਣੀ ਹੁੰਦੀ ਹੈ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਰੋਂਗ ਡਾਇਗਨੋਸਿਸ ਅਤੇ ਰੋਂਗ ਟ੍ਰੀਟਮੈਂਟ ਇਜ਼ ਨੋ ਨੈਗਲੀਜੈਂਸ। ਕਿਉਂਕਿ ਉਹਦੇ ਦਿਮਾਗ 'ਚ ਜੋ ਆਇਆ ਉਸਨੇ ਉਹੀ ਪ੍ਰਜੈਂਟ ਕਰਨਾ ਨਾ ਵਿੱਚ ਜਿਹੜੀ ਹੈਗੀ ਹੈ। ਇਹ ਤਾਂ ਹੈ ਨਹੀਂ ਵੀ ਕੱਲ੍ਹ ਨੂੰ ਕਿਤਾਬ ਖੋਲ੍ਹਣੀ ਹੈ ਅਤੇ ਫਿਰ ਜਾ ਕੇ ਫਿਰ ਮਰੀਜ਼ ਨੂੰ ਟ੍ਰੀਟਮੈਂਟ ਦੇਣਾ। ਸੋ ਉਹਦੇ 'ਚ ਗਲਤੀ ਹੋਣ ਦੇ ਚਾਂਸਿਸ ਵੀ ਰਹਿੰਦੇ ਆ, ਲੇਕਿਨ ਉਹ ਗਲਤੀ ਜਿਹੜੀ ਉਹਨੂੰ ਨੈਗਲੀਜੈਂਸ ਨਹੀਂ ਆਪਾਂ ਕਹਿ ਸਕਦੇ ਵੀ ਡਾਕਟਰ ਦੀ ਪਰ ਇਹ ਜਿਹੜੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈਗੀ ਆ ਉਹ ਉਸ ਨੂੰ ਨੈਗਲੀਜੈਂਸ 'ਚ ਠੋਕ ਦਿੰਦੀ ਹੈ। ਫਿਰ ਇਸ ਕਰਕੇ ਡਾਕਟਰ ਜਿਹੜੇ ਹੈਗੇ ਨੇ ਉਹ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਜਾ ਕੇ ਪੇਸ਼ੈਂਟ ਦੀ ਕੁਰਸੀ 'ਤੇ ਬੈਠੋ ਅਤੇ ਡਾਕਟਰ ਤੁਹਾਨੂੰ ਸਾਰੇ ਟੈਸਟ ਲਿਖ ਕੇ ਦੇ ਦੂਗਾ, ਕਰਵਾਓ ਨਾ ਕਰਵਾਓ, ਜਿਹੜੇ ਹੈਗੇ ਆ ਪੈਸੇ ਖਰਚ ਹੋਣ ਨਾ ਹੋਣ, ਡਾਕਟਰ ਕਹਿੰਦਾ ਸੀ ਮੇਰੀ ਤਾਂ ਜ਼ਿੰਮੇਵਾਰੀ ਹੈ ਨਹੀਂ। ਮੈਂ ਤਾਂ ਦਵਾਈ ਬਾਅਦ 'ਚ ਦਿੰਦੇ, ਟੈਸਟ ਪਹਿਲਾਂ ਲਿਖ ਦਿੰਦੇ ਸਾਰੇ, ਪਹਿਲਾਂ ਲਿਖਦੇ ਆ ਸਾਰੇ। ਉਹਦਾ ਕਾਰਨ ਜਿਹੜਾ ਹੈਗਾ ਉਹ ਤੁਹਾਨੂੰ ਦੱਸਿਆ ਨਾ, ਕਾਰਨ ਬਣ ਗਿਆ ਨਾ ਵਿੱਚ ਨਹੀਂ ਹੈਗੇ, ਕਿਉਂਕਿ ਲੋਕ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਕਿ ਇੱਕ ਜਿਹੜਾ ਡਾਕਟਰ ਹੈ ਉਹ ਹਿਊਮਨ ਬੀਇੰਗ ਹੈ, ਉਹਦਾ ਇੱਕ ਲਿਮਟਿਡ ਦਾਇਰਾ ਹੁੰਦਾ ਵਿੱਚ, ਔਰ ਜਿਹੜਾ ਪੇਸ਼ੈਂਟ ਹੁੰਦਾ ਹੈ ਉਹਦਾ ਅਸੀਂ ਕਈ ਵਾਰੀ ਕਰਕੇ ਦੇਖਿਆ ਕਿ ਉਹ ਨਾ ਕਿਤਾਬ ਦੀ ਗੱਲ ਤਾਂ ਉਹ ਕਰਦਾ ਹੀ ਨਹੀਂ ਨਾ, ਉਹਦਾ ਕੁਝ ਹੋਰ ਹੀ ਬੋਲਦਾ ਵਿੱਚ, ਉਹਨੂੰ ਹੀ ਇੰਟਰਪ੍ਰੀਟ ਕਰਨਾ ਹੁੰਦਾ ਤੁਸੀਂ ਮਰੀਜ਼ ਨੂੰ ਦਵਾਈ ਦੇਣ ਲੱਗਿਆਂ ਵਿੱਚ। ਫਿਰ ਦਵਾਈਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਵੱਖਰਾ ਵੱਖਰਾ ਅਸਰ ਹੁੰਦਾ। ਮਰੀਜ਼ ਚਾਹੁੰਦਾ ਹੈ ਕਿ ਜਿਵੇਂ ਹੁਣ ਮੈਨੂੰ ਵੀ 35 ਸਾਲ ਹੋ ਗਏ ਆ, ਪਹਿਲਾਂ ਗਵਰਨਮੈਂਟ ਨੌਕਰੀ ਕੀਤੀ, 33 ਸਾਲ 2 ਸਾਲ ਹੋ ਗਏ ਹੁਣ ਚੈਰੀਟੇਬਲ ਕੰਮ ਕਰਦੇ ਨੂੰ, ਤਾਂ ਮਰੀਜ਼ ਇਹ ਚਾਹੁੰਦਾ ਕਿ ਮੈਂ ਜੋ ਕੁਛ ਕਹਿ ਤਾ ਉਹ ਮੇਰਾ ਪਹਿਲੇ ਜਾਂਦਾ ਹਾਲੇ ਠੀਕ ਹੋ ਜਾਣਾ ਚਾਹੀਦਾ। ਉਹਨੂੰ ਇਸ ਗੱਲ ਨਾਲ ਕੋਈ ਕੰਸਰਨ ਨਹੀਂ ਹੁੰਦਾ ਕੋਈ ਡਾਕਟਰ ਕਿੰਨਾ ਪੜ੍ਹਿਆ ਲਿਖਿਆ ਹੈਗਾ, ਡਾਕਟਰ ਕੀ ਹੈਗਾ, ਰਜਿਸਟਰਡ ਹੈ ਅਨਰਜਿਸਟਰਡ ਹੈ, ਉਹਨੂੰ ਤਾਂ ਬਸ ਇਹ ਹੈਗਾ ਜੀ ਮੈਨੂੰ ਦਵਾਈ ਦਿੱਤੀ ਹੈ ਅਤੇ ਇਸ ਕਰਕੇ ਮੇਰੇ ਵਾਸਤੇ ਡਾਕਟਰ ਹੈ। ਇੱਕ ਤਾਂ ਇਹ ਬੜੀ ਸੋਹਣੀ ਗੱਲ ਕੀਤੀ ਕਿ ਰਜਿਸਟਰਡ ਹੈ ਕਿ ਨਹੀਂ ਹੈ। ਇਹਦੇ ਰਿਲੇਟਡ ਸਵਾਲ ਹੈ ਕਿ ਅੱਜ ਕੱਲ੍ਹ ਝੋਲਾ ਛਾਪ ਡਾਕਟਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਇਹਨਾਂ ਨੂੰ ਕੰਟਰੋਲ ਕਿਉਂ ਨਹੀਂ ਹੋ ਰਿਹਾ? ਜਿਹਦੇ ਪਿੱਛੇ ਕੀ ਕਾਰਨ ਹੈ? ਨਹੀਂ ਦੇਖੋ, ਇਹ ਜਿਹੜਾ ਆਪਾਂ ਅਨਰਜਿਸਟਰਡ ਵਰਡ ਆਪਾਂ ਕਹਾਂਗੇ ਜਿਹੜੇ ਡਾਕਟਰੀ ਕਰਦੇ ਆ ਲੇਕਿਨ ਉਹ ਰਜਿਸਟਰਡ ਨਹੀਂ ਹੈ, ਕਿਉਂਕਿ ਕੁਆਲੀਫਾਈਡ ਬੰਦਾ ਜਿਹੜਾ ਹੈਗਾ ਉਹ ਰਜਿਸਟਰਡ ਹੋ ਸਕਦਾ ਵਿੱਚ ਜਿਹੜਾ ਹੈਗਾ। ਉਹ ਜਿਹੜੇ ਅਨਰਜਿਸਟਰਡ ਡਾਕਟਰਸ ਨੇ ਬੇਸਿਕਲੀ ਉਹ ਇੱਕ ਮਜਬੂਰੀ ਦੇ ਵਿੱਚ ਉਭਰੇ ਹੋਏ ਡਾਕਟਰ ਹੀ ਕਹਾਂਗੇ ਹੁੰਦਾ, ਕਿਉਂਕਿ ਉਹਨਾਂ ਦੇ ਨਾਮ ਦੇ ਨਾਲ ਡਾਕਟਰ ਤਾਂ ਲੱਗਿਆ, ਵੈਸੇ ਡਾਕਟਰ ਤਾਂ ਨਹੀਂ ਕਹਿਣਾ ਚਾਹੀਦਾ, ਪਰ ਉਹ ਅਨਰਜਿਸਟਰਡ ਪ੍ਰੈਕਟੀਸ਼ਨਰਸ ਜਿਹੜੇ ਹੈਗੇ ਮੈਡੀਕਲ ਪ੍ਰੈਕਟੀਸ਼ਨਰਸ ਆਪਾਂ ਕਹਾਂਗੇ, ਉਹ ਮਜਬੂਰੀ 'ਚ ਨੇ। ਜਿਵੇਂ ਹੁਣ ਆਪਾਂ ਪਿੰਡਾਂ ਦੇ ਵਿੱਚ ਆਪਾਂ ਹੁਣ ਡੇਰਾਬੱਸੀ ਜਾਂ ਹੁਣ ਆਪਾਂ ਜੀਰਕਪੁਰ ਬੈਠੇ ਹਾਂ, ਆਪਾਂ ਇਹਨਾਂ ਸਾਰੇ ਪਿੰਡਾਂ ਨੂੰ ਜਾਣਦੇ ਹਾਂ, ਤਕਰੀਬਨ 125 ਪਿੰਡ ਨੇ ਡੇਰਾਬੱਸੀ ਬਲਾਕ ਦੇ ਵਿੱਚ ਹੈ ਨਾ। ਅਤੇ ਆਪਣੇ ਕੋਲ ਜਿਹੜੇ ਹਸਪਤਾਲ ਨੇ ਐਮਰਜੈਂਸੀ ਕਿੱਥੇ ਵਰਕ ਕਰਦੀ ਹੈ? ਸਿਰਫ ਡੇਰਾਬੱਸੀ।
ਉਹਦਾ ਵੀ ਕਈ ਵਾਰੀ ਰੌਲਾ ਪਿਆ ਹੁੰਦਾ ਵਿੱਚ ਹਾਂਜੀ। ਕਿ ਉੱਥੇ ਡਾਕਟਰ ਨਹੀਂ ਹੈਗੇ। ਜਿਵੇਂ ਤੁਹਾਡੇ ਜ਼ੀਰਕਪੁਰ ਜਿਹੜਾ ਹੈਗਾ ਜੋ ਕੁਝ ਵੀ ਹੁੰਦਾ ਸੀਗਾ ਉੱਥੇ ਤਾਂ ਐਮਰਜੈਂਸੀ ਚੱਲਦੀ ਨਹੀਂ, ਜੇ ਚੱਲਦੀ ਹੋਏਗੀ ਤਾਂ ਬਹੁਤ ਪਾਰਸ਼ਲੀ ਜਿਹੜੀ ਹੈਗੀ ਉਹ ਚੱਲਦੀ ਹੈ। ਹੁਣ ਸਵਾਲ ਪੈਦਾ ਇਹ ਹੋ ਗਿਆ ਕਿ ਜਿਹੜਾ ਇੱਕ ਬੰਦਾ ਇੱਥੋਂ ਹੰਡੇਸਰੇ ਬੈਠਾ ਹੋਇਆ, ਉਹਨੂੰ ਜੇ ਸ਼ਾਮ ਨੂੰ ਡਾਕਟਰ 2 ਵਜੇ ਤੋਂ ਬਾਅਦ ਨਹੀਂ ਮਿਲਦਾ ਤਾਂ ਉਹ ਜਾਵੇ ਕਿੱਥੇ? ਆਹ ਸਵਾਲ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਇਸ ਕਰਕੇ ਹੈਗਾ। ਸੋ ਇਹ ਮਜਬੂਰੀ 'ਚ ਬਣੇ ਹੋਏ ਡਾਕਟਰਸ ਨੇ ਬੇਸਿਕਲੀ। ਹਾਂ, ਇਹ ਗੱਲ ਠੀਕ ਹੈਗੀ ਹੈ ਕਿ ਇਹਨਾਂ ਦੇ ਕੋਲ ਇੰਨਾ ਲੰਬਾ ਚੌੜਾ ਨੌਲੇਜ ਤਾਂ ਹੈ ਨਹੀਂ, ਕਿਉਂਕਿ ਕਿਤਾਬ ਤਾਂ ਪੜ੍ਹੀ ਨਹੀਂ ਨਾ, ਪ੍ਰੈਕਟਿਸ ਹੀ ਕੀਤੀ ਹੈ। ਜੇ ਕਿਸੇ ਨੇ ਜਿੰਨੇ ਵੀ ਅਨਰਜਿਸਟਰਡ ਡਾਕਟਰ ਬੈਠੇ ਹੁੰਦੇ ਆ, ਇਹ ਕਿਸੇ ਹੋਰ ਡਾਕਟਰ ਦੇ ਨਾਲ ਕਿਸੇ ਨੇ ਸਾਲ ਲਾਇਆ, ਕਿਸੇ ਨੇ 2 ਸਾਲ, ਕਿਸੇ ਨੇ 5, ਕਿਸੇ ਨੇ 10 ਸਾਲ, ਉਹ ਉਹਨਾਂ ਦਾ ਐਕਸਪੀਰੀਅੰਸ ਬੇਸਡ ਉਹ ਗੱਲ ਕਰਦੇ ਆ। ਪਰ ਜਿਹੜੀ ਹੈਲਥ ਜਿਹੜੀ ਹੈਗੀ ਹੈ ਇਹ ਇਕੱਲੀ ਐਕਸਪੀਰੀਅੰਸ ਬੇਸਡ ਨਹੀਂ ਚੱਲਦੀ। ਜੇ ਐਕਸਪੀਰੀਅੰਸ ਬੇਸਡ ਦੀ ਤੁਹਾਨੂੰ ਗੱਲ ਕਰਾਂ ਤਾਂ ਫਿਰ ਜਿਹੜੀ ਇਹ ਆਯੁਰਵੈਦਿਕ ਹੈਗੀ ਹੈ ਇਹ ਬੇਸਿਕਲੀ ਐਕਸਪੀਰੀਅੰਸ ਬੇਸਡ ਹੈ। ਤੁਸੀਂ ਦੇਖਿਆ ਕਿੰਨੇ ਸਵਾਲ ਪੁੱਛਦੇ ਆ ਉਹ। ਇਸ ਕਰਕੇ ਇਕੱਲੇ ਐਕਸਪੀਰੀਅੰਸ ਦੇ ਨਾਲ ਜਿਹੜਾ ਹੈਗਾ ਤੁਹਾਡਾ ਇਹ ਸਿਸਟਮ ਨਹੀਂ ਚੱਲ ਸਕਦਾ। ਉਹਦੇ 'ਚ ਤੁਹਾਨੂੰ ਡੇ ਟੂ ਡੇ ਅਪਡੇਟ ਰਹਿਣਾ ਪੈਂਦਾ ਹੈ। ਅਪਡੇਟ ਤੁਸੀਂ ਤਾਂ ਹੀ ਰਹੋਗੇ ਜੇ ਤੁਸੀਂ ਬੇਸਿਕ ਚੀਜ਼ ਪੜ੍ਹੀ ਹੋਈ ਹੈ, ਜੇ ਬਾਡੀ ਦੀ ਸਟਰਕਚਰ ਪੜ੍ਹੀ ਹੋਈ ਹੈ ਤਾਂ ਹੀ ਅਪਡੇਟ ਰਹੋਗੇ ਨਾ। ਵੈਸੇ ਤੁਸੀਂ ਅਪਡੇਟ ਕਿਵੇਂ ਰਹੋਗੇ? ਜਾਂ ਆਪਾਂ ਜਿਹੜੇ ਕਈ ਲੋਕ ਕਹਿੰਦੇ ਨਾ ਮੇਰਾ ਐਕਸਪੀਰੀਅੰਸ ਬਹੁਤ ਹੈ, ਅਸਲ 'ਚ ਐਕਸਪੀਰੀਅੰਸ ਵਰਡ ਜਿਹੜਾ ਹੈਗਾ ਉਹਦੇ ਬਾਰੇ ਇਹ ਸੋਚਿਆ ਜਾਂਦਾ ਹੈ ਕਿ ਐਕਸਪੀਰੀਅੰਸ ਗਿਵ ਯੂ ਟੈਸਟ ਫਸਟ ਐਂਡ ਲੈਸਨ ਲੇਟਰ ਔਨ। ਸੋ ਇਸ ਕਰਕੇ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਨਹੀਂ ਦੇ ਸਕਦੇ, ਪਰ ਮਜਬੂਰੀ 'ਚ ਬਣੇ ਹੋਏ। ਇਹ ਗੱਲ ਇੱਥੇ ਇੱਕ ਹੋਰ ਆਉਂਦੀ ਹੈ ਕਿ ਜਿੱਦਾਂ ਆਪਾਂ ਕਹਿੰਦੇ ਕਿ ਪੰਜਾਬ 'ਚ ਨਸ਼ਾ ਬਹੁਤ ਵੱਧ ਗਿਆ, ਇਹ ਵੱਧ ਗਿਆ। ਇਹ ਝੋਲਾ ਛਾਪ ਜਿਹੜੇ ਅਨਰਜਿਸਟਰਡ ਡਾਕਟਰ ਹੈਗੇ, ਇਹਨਾਂ ਕਰਕੇ ਵੀ ਨਸ਼ਾ ਵਧਣ ਦੇ ਕਾਰਨ ਹੈ ਸਕਦੇ ਜੀ? ਬਿਲਕੁਲ। ਇਹ ਸ਼ੁਰੂ 'ਚ ਦੇਖੋ ਜਿਹੜਾ ਨਸ਼ਾ ਨੇ 3 ਕਿਸਮ ਦਾ ਸੀਗਾ। ਇੱਕ ਤਾਂ ਟ੍ਰੈਡੀਸ਼ਨਲ ਨਸ਼ਾ ਸੀਗਾ ਜਿਹਦੇ 'ਚ ਆਪਾਂ ਫੀਮ, ਭੁੱਕੀ, ਚਰਸ ਦੀ ਭੰਗ ਵਗੈਰਾ ਦੀ ਗੱਲ ਕਰਦੇ ਹਾਂ ਵਿੱਚ। 2 ਨੰਬਰ 'ਤੇ ਸੀਗਾ ਮੈਡੀਕਲ ਨਸ਼ਾ ਜਿਹੜਾ ਹੈਗਾ, ਜਿਹੜਾ ਜਦੋਂ ਟ੍ਰੈਡੀਸ਼ਨਲ ਨਸ਼ਾ ਥੋੜ੍ਹਾ ਜਿਹਾ ਘਟਿਆ ਉਹਦੇ ਨਾਲ ਮੈਡੀਕਲ ਨਸ਼ਾ ਆ ਗਿਆ। ਮੈਡੀਕਲ ਨਸ਼ੇ ਦੇ ਵਿੱਚ ਸਾਡਾ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ ਇੰਕਲੂਡਿੰਗ ਅਨਰਜਿਸਟਰਡ ਐਂਡ ਪੁਲਿਸ, ਇਹਨਾਂ ਦੋਨਾਂ ਨੇ ਬਹੁਤ ਵੱਡਾ ਹਿੱਸਾ ਪਾਇਆ ਪੰਜਾਬ ਦੇ ਵਿੱਚ। ਤੀਸਰਾ ਜਿਹੜਾ ਹੈਗਾ ਉਹ ਸਿੰਥੈਟਿਕ ਨਸ਼ਾ, ਜਿਹਦੀ ਆਪਾਂ ਹੁਣ ਚਰਸ ਦੀ ਗੱਲ ਕਰਦੇ ਆ ਵਿੱਚ, ਭੋਲੇ ਵਾਲਾ ਕਾਂਡ ਹੋ ਗਿਆ। ਹਾਂ, ਸਾਰਾ ਇਹਦੇ 'ਚ ਇਸ ਕਰਕੇ ਨਾ ਬੜੀ ਵਾਰੀ ਆਪਾਂ ਇਹ ਗੱਲ ਕਹਿੰਦੇ ਆ ਕਿ ਪੁਲਿਸ ਜਾਂ ਪੋਲੀਟੀਸ਼ੀਅਨ ਕਿੰਨਾ, ਹੈਲਥ ਡਿਪਾਰਟਮੈਂਟ 100% ਵਿੱਚ ਹੀ ਇਨਵੋਲਵ ਸੀਗਾ। ਮੇਰੇ ਵੱਲੋਂ ਇੱਕ 2007 ਵਿੱਚ ਇੱਕ ਰਿਪੋਰਟ ਵੀ ਗਵਰਨਮੈਂਟ ਨੂੰ ਜਿਹੜੀ ਦਿੱਤੀ ਗਈ ਸੀ, ਉਹਦੇ 'ਚ ਮੈਂ ਪੁਲਿਸ ਡਿਪਾਰਟਮੈਂਟ ਅਤੇ ਹੈਲਥ ਡਿਪਾਰਟਮੈਂਟ ਨੂੰ ਸਿੱਧਾ ਇੰਡਿਕਟਮੈਂਟ ਕੀਤੀ ਸੀ ਕਿ ਇਹ ਜਿਹੜੀਆਂ ਦਵਾਈਆਂ, ਗੋਲੀਆਂ ਮਿਲਦੀਆਂ ਨੇ, ਇਹ ਮਿਲਦੀਆਂ ਕਿੱਥੋਂ ਹੈ? ਇਹ ਕਿਸੇ ਪੋਲੀਟੀਸ਼ੀਅਨ ਦੇ ਘਰ ਥੋੜ੍ਹੀ ਮਿਲਦੀਆਂ ਨੇ, ਇਹ ਡਾਕਟਰਾਂ ਦੇ ਘਰੋਂ ਮਿਲਦੀਆਂ ਨੇ। ਔਰ ਡਾਕਟਰਾਂ ਦੇ ਵਿੱਚ ਜਿਹੜਾ ਹੈਗਾ ਪਿੱਛੇ ਮੇਰੀ ਪੋਸਟਿੰਗ ਸੀਗੀ ਇੱਥੇ ਬੂਥਪੁਰ ਜਿਹੜੀ ਹੈਗੀ ਐਜ ਏ ਐਸਐਮਓ 2019 ਦੀ ਗੱਲ ਹੈ ਵਿੱਚ ਜਿਹੜੀ ਹੈਗੀ। ਜਿਸ ਦਿਨ ਸਵੇਰੇ ਮੈਂ ਉਹ ਬੰਦਾ, ਇਹ ਜਿਹੜਾ ਅਨਰਜਿਸਟਰਡ ਬੰਦਾ ਫੜਿਆ, ਗੋਲੀਆਂ ਫੜੀਆਂ, ਪੁਲਿਸ ਸਟੇਸ਼ਨ ਛੱਡ ਕੇ ਗਿਆ, ਉਸ ਦਿਨ ਸ਼ਾਮ ਨੂੰ ਮੇਰੀ ਬਦਲੀ ਹੋ ਗਈ ਸੀ। ਅੱਛਾ। ਸੋ ਹਾਂ, ਤਾਂ ਇਸ ਕਰਕੇ ਇਹਨੂੰ ਆਪਾਂ ਮੰਨ ਕੇ ਚੱਲਦੇ ਹਾਂ ਕਿ ਇਹ ਡਾਕਟਰਸ ਹੋਣ ਚਾਹੇ ਪੁਲਿਸ ਹੋਵੇ, ਚਾਹੇ ਜਿਹੜੇ ਸਮਗਲਰਸ ਆਪਾਂ ਨੂੰ ਜਿਨ੍ਹਾਂ ਨੇ ਬਿਜ਼ਨਸ ਬਣਾਇਆ, ਇਹਦੇ ਉੱਪਰੋਂ ਦੀ ਸਾਰਿਆਂ ਨੂੰ ਪ੍ਰੋਟੈਕਸ਼ਨ ਜਿਹੜੀ ਹੈਗੀ ਹੈ ਉਹ ਪੋਲੀਟੀਸ਼ੀਅਨ ਕੋਲ ਮਿਲਦੀ ਹੈ। ਰਿਕਾਰਡਡ ਹੀ ਹੈ, ਮਿਲੀ ਭੁਗਤਣਾ ਹੋ ਰਿਹਾ ਸਰ, ਰਿਕਾਰਡਡ ਹੀ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕੁਝ ਵੀ। ਤੋ ਇਸ ਕਰਕੇ ਇਹ ਜਿਹੜੀ ਤੁਸੀਂ ਸਵਾਲ ਪੁੱਛਿਆ ਕਿ ਅਨਰਜਿਸਟਰਡ ਬੰਦੇ ਜਿਹੜੇ ਹੈਗੇ ਨੇ, ਰਜਿਸਟਰਡ ਵੀ ਵੇਚਦੇ ਨੇ। ਤੁਸੀਂ ਆ ਦੇਖਿਆ ਚੰਡੀਗੜ੍ਹ ਵਿੱਚ ਡਾਕਟਰ ਜਿਹੜਾ ਹੈਗਾ ਉਦੋਂ ਫੜਿਆ ਸੀਗਾ ਗੋਲੀਆਂ ਵੇਚਦਾ। ਖੰਨੇ ਇੱਕ ਲੇਡੀ ਡਾਕਟਰ ਜਿਹੜੀ ਹੈਗੀ ਆ ਉਹ ਗੋਲੀਆਂ ਵੇਚਦੀ ਫੜੀ ਗਈ ਸੀ। ਤੋ ਇਸ ਕਰਕੇ ਇਹ ਸਾਰਾ ਇੱਕ ਨੈਕਸਸ ਬਣਿਆ ਹੋਇਆ ਹੈ, ਹੈਲਥ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਸਮਗਲਰਸ ਐਂਡ ਉੱਪਰੋਂ ਦੀ ਪੋਲੀਟੀਸ਼ੀਅਨਸ। ਇਹ 4 ਬੰਦੇ ਨੇ ਜਿਹੜੇ 4 ਸ਼ਪੀਰੂ ਡਰੱਗਸ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਨੇ। ਡਾਕਟਰ ਸਾਹਿਬ, ਇੱਕ ਕੱਲ ਆਪਣੇ ਇੱਥੇ ਰੇਡ ਮਾਰੀ ਆਪਣੇ ਸਿਹਤ ਵਿਭਾਗ ਦੀ ਟੀਮ, ਡੀਸੀ ਵਿਭਾਗ ਦੀ ਟੀਮ, ਤੁਹਾਨੂੰ ਵੀ ਪਤਾ ਹੋਣਾ, ਸਵਾਸਤਿਕ ਕਰਕੇ ਸਵਾਸਤਿਕ ਹੈਗਾ ਇੱਥੇ ਨਰਸਿੰਗ ਹੋਮ, ਉਹ 'ਚੋਂ 4 ਟਰੋਮਾਡੋਲ ਮਿਲੇ ਔਰ ਕਈ ਹਜ਼ਾਰਾਂ ਗੋਲੀਆਂ ਜਿਹੜੀਆਂ ਹੈਗੀਆਂ ਸੀ ਐਕਸਪਾਇਰਡ ਮਿਲੀਆਂ। ਉਹ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਸੀ। ਇਹਦੇ ਨਾਲ ਅੱਜ ਦੇ ਮਾਹੌਲ ਜਿੱਦਾਂ ਆਪਾਂ ਡੇਂਗੂ ਕਹਿ ਲਈਏ ਜਾਂ ਉਹਦੇ ਨਾਲ ਰਿਲੇਟਡ ਦਵਾਈਆਂ ਜਿਹੜੀਆਂ ਜਾਲੀ ਵੰਡੀ ਜਾ ਰਹੀਆਂ, ਕਿੱਥੇ ਤੱਕ ਨੁਕਸਾਨ ਹੋ ਸਕਦਾ ਇਹਦਾ? ਇਹ ਦੇਖੋ, ਡੇਂਗੂ ਤੇ ਚਲੋ ਇੱਕ ਵੱਖਰਾ ਇਸ਼ੂ ਹੈ ਵਿੱਚ ਜਿਹੜੀ ਹੈਗੀ ਆ, ਉਹਨੂੰ ਆਪਾਂ ਐਕਸਪਾਇਰਡ ਗੋਲੀਆਂ ਦੇ ਨਾਲ ਜਾਂ ਟਰਾਮਾਡੋਲ ਦੇ ਨਾਲ ਤਾਂ ਨਹੀਂ ਕੰਪੇਅਰ ਕਰ ਸਕਦੇ। ਪਰ ਇਹ ਹੋਇਆ ਪਿਆ ਕਿ ਡੇਂਗੂ ਇੱਕ ਐਸੀ ਬਿਮਾਰੀ ਹੈ ਜਿਹਦੇ ਬਾਰੇ ਬਾਰ-ਬਾਰ ਮੇਰੇ ਵੱਲੋਂ ਵੀ ਬੋਲਿਆ ਗਿਆ, ਹੋਰ ਆਫੀਸਰਸ ਵੀ ਬੋਲਦੇ ਆ, ਗਵਰਨਮੈਂਟ ਦੀਆਂ ਇੰਸਟਰਕਸ਼ਨਸ ਵੀ ਆਉਂਦੀਆਂ ਨੇ, ਟੀਵੀ, ਰੇਡੀਓ ਤੇ ਟਾਕਸ ਵੀ ਆਉਂਦੀਆਂ ਨੇ, ਸੋਸ਼ਲ ਮੀਡੀਆ 'ਤੇ ਵੀ ਇਸ ਗੱਲ ਦਾ ਵਿੱਚ ਰਹਿੰਦਾ ਹੈ ਕਿ ਡੇਂਗੂ ਜਿਹੜਾ ਹੈਗਾ ਨਾ, ਬੇਸਿਕਲੀ ਇਹਨੂੰ ਸਮਝਣ ਦੀ ਜ਼ਰੂਰਤ ਹੈ, ਇੱਕ ਸਾਫ਼ ਪਾਣੀ 'ਤੇ ਬੈਠਦਾ ਮੱਛਰ ਹੈ ਔਰ ਦਿਨ ਦੇ ਟਾਈਮ ਕੱਢਦਾ। ਇਹਨੂੰ ਅਮੀਰਾਂ ਦਾ ਮਲੇਰੀਆ ਵੀ ਆਪਾਂ ਕਹਿ ਸਕਦੇ ਹਾਂ। ਤਾਂ ਇਹਦੇ 'ਚ ਨਾ ਕੋਈ ਬਹੁਤੀ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ, ਇਹਦੇ 'ਚ ਸਾਫ਼ ਸਫਾਈ ਦੀ ਜ਼ਰੂਰਤ ਹੁੰਦੀ ਹੈ। ਜਿਹੜਾ ਹੁਣ ਆਪਾਂ ਦੇਖਿਆ ਕਿ ਫੋਗਿੰਗ ਦਾ ਬਹੁਤ ਰੌਲਾ ਪਿਆ ਹੈ, ਫੋਗਿੰਗ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਉੱਥੇ ਕਰਨਾ। ਇਹਦੇ 'ਚ ਸੀਗਾ ਕਿ ਹੈਲਥ ਡਿਪਾਰਟਮੈਂਟ ਥੋੜ੍ਹਾ ਪ੍ਰੋਐਕਟਿਵ ਹੋ ਕੇ ਚੱਲਦਾ, ਲੋਕਾਂ ਨੂੰ ਜਦੋਂ ਸੀਜ਼ਨ ਆਉਂਦਾ ਉਸ ਤੋਂ ਪਹਿਲਾਂ ਲੋਕਾਂ ਨੂੰ ਸਮਝਾਇਆ ਜਾਂਦਾ ਜਾਂ ਫੋਗਿੰਗ ਕੀਤੀ ਜਾਂਦੀ। ਪਰ ਉਹਦੇ 'ਚ ਵੀ ਨਾ ਮਹਿਕਮਾ ਪਿੱਛੇ ਰਹਿ ਜਾਂਦਾ ਬਹੁਤ ਜਿਹੜਾ ਹੈਗਾ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ। ਇਹ ਜਿਹੜੇ ਪ੍ਰਾਈਵੇਟ ਡਾਕਟਰਸ ਦੀ ਜਿਹੜੀ ਹੁਣ ਆਪਾਂ ਗੱਲ ਕੀਤੀ ਹੈ, ਜਿਹੜਾ ਤੁਸੀਂ ਲੋਕਲ ਇੱਥੇ ਜ਼ੀਰਕਪੁਰ ਦੀ ਗੱਲ ਕੀਤੀ ਹੈ, ਬੇਸਿਕਲੀ ਇਹ ਲੋਕ
ਜਿਵੇਂ ਇਹ ਵੀ ਮੈਨੂੰ ਪਤਾ ਸ਼ਾਇਦ ਰਜਿਸਟਰਡ ਹੈ ਕਿ ਅਨਰਜਿਸਟਰਡ ਹੈ ਨਹੀਂ, ਇਹਨਾਂ ਡਿਗਰੀ ਜਿਹੜੀ ਪਾਈ ਗਈ ਉਹ ਤੇ ਸਵਾਲੀਆ ਨਿਸ਼ਾਨ ਹੈ ਕਿ ਯੂਨਾਨੀ ਉਹ ਤਾਂ ਜਾਲੀ ਹੈ ਨਾ। ਉਹ ਤਾਂ ਮੇਰੇ ਹੀ ਅੰਦਰ ਕਰਾਏ ਹੋਏ ਬੰਦੇ ਆ ਜਿਹੜੇ ਹੈਗੇ ਪੰਜਾਬ ਦੇ ਵਿੱਚ ਬਹੁਤ ਵੱਡਾ ਨੈਕਸਸ ਜਿਹੜਾ ਹੈਗਾ ਚੱਲਦਾ। ਆ ਮੋਹਾਲੀ ਦੇ ਵਿੱਚ ਹੀ ਇੱਕ ਜਿਹੜਾ ਹੈਗਾ ਉਹ ਮੇਰੀ ਕੰਪਲੇਂਟ ਦੇ ਉੱਤੇ ਹੀ ਉਹਨਾਂ ਦੇ ਅਗੇਂਸਟ FIR ਹੋਈ। ਉਹ ਵੀ ਮੇਰੀ ਕੰਪਲੇਂਟ ਇੱਕ ਵਾਰੀ ਨਹੀਂ, ਮੈਨੂੰ 2 ਸਾਲ ਉਸ ਦੇ ਕੰਪਲੇਂਟ ਕਰਾਉਣ ਦੇ ਲੱਗੇ। ਪਿੱਛੇ ਜੇ ਤੁਸੀਂ ਦੇਖਿਆ ਉਹਨਾਂ ਤਾਂ ਬਹੁਤ ਵੱਡਾ ਈਵਨ ਫਰੰਟ ਪੇਜ ਅਜੀਤ ਅਖਬਾਰ ਦੇ ਉੱਤੇ ਇਹ ਸਾਰਾ ਜਿੱਦਣ ਫੜਿਆ ਗਿਆ, ਜਦੋਂ FIR ਹੋਈ ਹੈ ਵਿੱਚ ਜਿਹੜੀ ਹੈਗੀ ਆ। ਇਹ ਤਾਂ ਇੱਥੇ ਬਹੁਤ ਵੱਡਾ ਨੈਕਸਸ ਜਿਹੜਾ ਹੈਗਾ ਚੱਲ ਰਿਹਾ। ਤੁਸੀਂ 5000 10,000 50,000 ਰੁਪਏ ਦੇ ਕੇ ਅਤੇ ਉੱਥੋਂ ਡਿਗਰੀ ਜਿਹੜੀ ਹੈਗੀ ਹੈ ਯੂਨਾਨੀ ਜਾਂ BAMS ਕਹਿ ਦਿੰਦੇ ਆ ਉਹਨੂੰ ਜਿਹੜੀ ਹੈਗੀ ਆ ਉਹ ਡਿਗਰੀ ਇਹ ਆਲਮੋਸਟ ਜਾਲੀ ਡਿਗਰੀਆਂ ਹੈਗੀਆਂ ਨੇ। ਇਹਦੇ ਵਿੱਚ ਕੋਈ ਬਹੁਤ ਵੱਡੀ ਗੱਲ ਨਹੀਂ, ਪਰ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਡਿਗਰੀ ਸਿਰਫ ਇੱਥੇ ਨਹੀਂ ਹੈਗੀ। ਮੇਰੀ ਪੋਸਟਿੰਗ ਇਹਨਾਂ ਨੇ ਕਰ ਦਿੱਤੀ ਸੀ ਕਿਸੇ ਕਾਰਨ ਕਰਕੇ ਫਿਰੋਜ਼ਪੁਰ ਵਾਲੇ ਬਾਰਡਰ 'ਤੇ, ਮੈंने ਉੱਥੇ ਵੀ ਫੜਿਆ। ਪਿੱਛੇ ਜਦੋਂ ਮੈਂ ਸਿਵਲ ਸਰਜਨ ਸੀਗਾ ਫਾਜ਼ਿਲਕਾ, ਉੱਥੇ ਵੀ ਬੰਦਾ ਫੜੇਗਾ, ਉਹ 'ਚ ਵੀ ਮਿਲ ਜਾਂਦੀ ਹੈ। ਮੇਰਾ ਕਹਿਣ ਦਾ ਮਤਲਬ ਹੈਗਾ ਵੀ ਇਹ ਡਿਗਰੀਆਂ ਤਾਂ ਆਰਾਮ ਨਾਲ ਜਿਹੜੀਆਂ ਹੈਗੀਆਂ ਨਾ, ਜਿਵੇਂ ਛੋਲੇ ਖਰੀਦਣ ਵਾਲਾ ਕੰਮ ਹੈ ਉਹ ਕੰਮ ਹੈਗਾ। ਪਰ ਇਹ ਡਿਗਰੀ ਜਿਹੜੀ ਹੈਗੀ ਹੈ ਇਸ ਦੀ ਨਾ ਹੋਣੀ ਅਤੇ ਫਿਰ ਤੁਸੀਂ ਡੇਂਗੂ ਦਾ ਇਲਾਜ ਕਰੀ ਜਾਣਾ, ਲੋਕਾਂ ਨੂੰ ਗਲਤ ਗਾਈਡ ਕਰੀ ਜਾਣਾ, ਇਹ ਅੱਜ ਦੀ ਗੱਲ ਹੋ ਰਹੀ ਹੈ। ਆਪਾਂ ਜੇ ਜੀਰਕਪੁਰ ਹਲਕੇ ਦੀ ਗੱਲ ਕਰੀਏ, ਇੱਥੇ 60 ਦੇ ਕਰੀਬ ਇਹੋ ਜਿਹੇ ਡਾਕਟਰ ਬੈਠੇ ਜਿਹੜੇ ਨਜ਼ਰ ਆਏ ਲੋਕਾਂ ਦੀ, ਜਿਹੜੀ ਕੰਪਲੇਂਟ ਆਈ ਆ ਕੱਲ੍ਹ ਖਬਰ ਲੱਗਣ ਤੋਂ ਬਾਅਦ। ਇਹਦੇ ਉੱਪਰ ਸਿਹਤ ਵਿਭਾਗ ਜਾਂ ਡਾਕਟਰ ਜਿਹੜਾ ਆਪਾਂ SMO ਕਹਿ ਲਈਏ CMO ਕਾਰਵਾਈ ਕਿਉਂ ਨਹੀਂ ਕਰਦੇ? ਇਹਦੇ ਪਿੱਛੇ ਕਾਰਵਾਈ ਸਭ ਤੋਂ ਵੱਡੀ ਕਾਰਨ ਤਾਂ ਇਹ ਹੈਗਾ ਕਿ ਇਹਦੇ 'ਚ ਜਿਹੜਾ ਹੈਗਾ ਨਾ ਉਹ ਜਿਹੜੀ ਪੋਲੀਟੀਸ਼ੀਅਨ ਦੀ ਐਡੀ ਵੱਡੀ ਪ੍ਰੋਟੈਕਸ਼ਨ ਹੈ। ਮੈਂ 1987 'ਚ ਡੇਰਾਬੱਸੀ ਬਲਾਕ ਦੇ ਵਿੱਚ ਐਜ ਏ ਮੈਡੀਕਲ ਅਫਸਰ ਜੁਆਇਨ ਕੀਤਾ ਸੀਗਾ। ਔਰ ਤੁਹਾਨੂੰ ਦੱਸਾਂਗਾ ਕਿ 15 ਸਾਲਾਂ ਬਾਅਦ ਜਿਹੜੀ ਲਾਲੂ ਤੋਂ ਜਦੋਂ 2002 'ਚ ਮੇਰੀ ਟ੍ਰਾਂਸਫਰ ਹੋਈ, ਉਹ ਇਸੇ ਕਾਰਨ ਕਰਕੇ ਹੋਈ ਸੀ ਕਿ ਇੱਕ RMP ਨਾ ਕਹਿ ਕੇ ਆਪਾਂ ਉਹਨਾਂ ਨੂੰ ਅਨਰਜਿਸਟਰਡ ਕਹਾਂਗੇ ਮੈਡੀਕਲ। ਹਾਂ, ਤਾਂ ਉਹਨਾਂ ਨੂੰ ਫੜਿਆ ਸੀਗਾ ਅਤੇ ਉਹਨੂੰ ਸਪੋਰਟ ਕੌਣ ਕਰਦਾ ਸੀ? ਪੋਲੀਟੀਸ਼ੀਅਨਸ ਤਾਂ ਸਪੋਰਟ ਕਰਦੇ ਸੀ। ਪਿੱਛੇ ਜਦੋਂ ਮੈਂ SMO 2014-15 ਦੇ ਵਿੱਚ ਇੱਥੇ ਡੇਰਾਬੱਸੀ SMO ਰਿਹਾ, ਭਰੂਣ ਹੱਤਿਆ ਕਰਨ ਵਾਲਾ ਜਿਹੜਾ ਹੈਗਾ ਅਨਰਜਿਸਟਰਡ ਬੰਦਾ ਉਹਨੂੰ ਮੈਂ ਫੜਿਆ ਅਤੇ ਆਪਣੇ ਜਿਹੜੇ MLA ਅਤੇ MP ਇਹਨਾਂ ਨੇ ਮੇਰੀ ਬਦਲੀ ਕਰਾਈ ਹੈ। ਇਸ ਸ਼ਰਿਆਮ ਹੀ ਸਾਰਾ ਰਿਕਾਰਡਡ ਹੀ ਹੈ ਇਹਦੇ 'ਚ ਕਿਹੜਾ। ਫਿਰ ਮੈਂ ਇੱਕ ਜਿਹੜਾ ਆਪਾਂ ਡਰੱਗਸ ਦੀ ਗੱਲ ਕੀਤੀ ਹੈ, ਪੋਲੀਟੀਸ਼ੀਅਨਸ ਨੂੰ ਇਹ ਜਿਹੜੇ ਹੈਗੇ ਆਪਣੇ ਹਲਕੇ ਦੀ ਮੈਂ ਗੱਲ ਕਰਾਂਗਾ ਕਿਉਂਕਿ ਮੈਨੂੰ ਲੰਬਾ ਸਮਾਂ ਤਾਂ ਮੈंने ਨੌਕਰੀ ਇੱਥੇ ਕੀਤੀ ਹੈ। ਇਹਨਾਂ ਨੂੰ ਕਿਹਾ ਸੀਗਾ ਕਿ ਮੈਂ ਐਜ਼ ਏ ਟੈਕਨੀਕਲ ਮੈਨ ਮੈਂ ਚੱਲਦਾ, ਮੈਂ ਫੜਦਾ, ਤੁਸੀਂ ਐਜ਼ ਏ ਸੁਪਰਵਾਈਜ਼ਰ ਮੇਰੇ ਨਾਲ ਤਾਂ ਚਲੋ। ਇਹ ਤਾਂ ਸਿਰਫ ਅਖਬਾਰਾਂ 'ਚ ਗੱਲਾਂ ਕਰਦੇ ਨੇ, ਸਾਹਮਣੇ ਤਾਂ ਕੋਈ ਵੀ ਨਹੀਂ ਆਉਂਦਾ। ਕਿਹੜਾ ਪੋਲੀਟੀਸ਼ੀਅਨ ਅੱਜ ਦੀ ਡੇਟਸ ਮੈਂ ਕਿਹਾ ਤੁਸੀਂ ਜਸਟ ਏ ਵਿਟਨੈਸ ਬਣ ਜਾਓ, ਕੰਮ ਮੈਂ ਕਰਨਾ, ਪਰ ਕੰਮ ਤਾਂ ਕਰਨੀ ਨਹੀਂ। ਪਹਿਲੀ ਗੱਲ ਤਾਂ ਕਰਨੀ ਨਹੀਂ ਤੁਸੀਂ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਇਹਨਾਂ ਨੇ ਇੱਕ ਵਾਰੀ ਨਹੀਂ ਮੇਰੀ ਬਹੁਤ ਵਾਰੀ ਬਦਲੀ ਕੀਤੀ। ਭਰੂਣ ਹੱਤਿਆ ਕਰਦੇ ਹੋਏ ਲੋਕਲ ਪੋਲੀਟੀਸ਼ੀਅਨਸ ਨੇ ਮੇਰੀ ਬਦਲੀ ਕਰਾਈ। ਆ ਜਿਹੜੇ ਅਨਰਜਿਸਟਰਡ ਬੰਦਾ ਸੀਗਾ ਜਦੋਂ ਮੈਨੂੰ ਫੜਿਆ ਮੇਰੀ ਬਦਲੀ ਕਰਵਾਈ। ਡਰੱਗਸ ਵੇਚਦੇ ਹੋਏ ਉਦੋਂ 2016 ਦੇ ਵਿੱਚ ਇੱਕ ਵੱਡੀ ਖਬਰ ਲੱਗੀ ਸੀ ਕਿ ਪੰਜਾਬ ਗੌਰਮੈਂਟ ਜਿਹੜੀ ਹੈਗੀ ਆ ਉਹ ਕਾਫੀ ਸਿਰਫ ਜਿਹੜੇ ਖਾਂਸੀ ਵਾਲੀ ਸ਼ੀਸ਼ੀ ਸੀਗੀ ਉਹਦੇ 'ਚ ਡਬਲ ਨਸ਼ਾ ਸੀਗਾ ਉਹ ਵੇਚਦੀ ਸੀ, ਮਤਲਬ ਹਸਪਤਾਲਾਂ ਵੇਚਣ ਦਾ ਮਤਲਬ ਹਸਪਤਾਲਾਂ ਦੇ ਵਿੱਚ ਦਿੰਦੀ ਸੀ। ਉੱਥੇ ਮੈंने ਆਬਜੈਕਸ਼ਨ ਕੀਤਾ, ਬਦਲੀ ਤਾਂ ਮੇਰੀ ਹੋਈ ਸੀ। ਪਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਇਹ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਇਮਾਨਦਾਰ ਨੇ? ਤੁਹਾਡੀ ਗੱਲ ਕਿਤੇ ਨਾ ਕਿਤੇ ਸਹੀ ਹੈ। ਅੱਜ ਵੀ ਮੈਨੂੰ ਸਵੇਰੇ ਇੱਕ ਡਾਕਟਰ ਸਾਹਿਬ ਦਾ ਫੋਨ ਆਇਆ, ਮੈਂ ਕਹਿ ਨਹੀਂ ਸਕਦਾ ਸਰਕਾਰੀ ਡਾਕਟਰ ਸੀਗੇ, ਉਹਨਾਂ ਨੇ ਕਲੀਨਿਕ ਦਾ ਨਾਮ ਲਿਆ ਕਿ ਤੁਸੀਂ ਇਸ ਕਲੀਨਿਕ ਦੀ ਖਬਰ ਲਾਓ, ਇਹਦੇ 'ਚ ਸ਼ਰੇਆਮ ਜਿਹੜਾ ਹੈਗਾ ਗਲਤ ਕੰਮ ਹੋ ਰਿਹਾ ਹੈਗਾ, ਡਾਕਟਰ ਅਨਰਜਿਸਟਰਡ ਹੈਗਾ। ਮੈਂ ਕਿਹਾ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ? ਕਹਿੰਦੇ ਅਸੀਂ ਨਹੀਂ ਕਰ ਸਕਦੇ, ਤੁਸੀਂ ਖਬਰ ਲਾਓ। ਨਹੀਂ, ਖਬਰਾਂ ਦੇਖੋ ਸਾਡੇ ਸਾਹਿਬ ਖਬਰਾਂ ਤਾਂ ਲੱਗਦੀਆਂ ਰਹੀਆਂ ਨੇ ਪਹਿਲਾਂ, ਕਿਉਂਕਿ ਮੀਡੀਆ ਦੀ ਇੱਕ ਜ਼ਿੰਮੇਵਾਰੀ ਕਹਿ ਲਓ ਜਾਂ ਉਹਨਾਂ ਦਾ ਇਹ ਇੱਕ ਪ੍ਰੋਫੈਸ਼ਨ ਹੈ ਕਿ ਜੋ ਸਮਾਜ ਦੇ ਵਿੱਚ ਹੋ ਰਿਹਾ, ਜੋ ਠੀਕ ਹੈਗਾ ਉਸ ਨੂੰ ਪ੍ਰੈਜ਼ੈਂਟ ਕਰਨਾ ਜਾਂ ਜੋ ਗਲਤ ਹੋ ਰਿਹਾ ਉਸ ਨੂੰ ਪ੍ਰੈਜ਼ੈਂਟ ਕਰਨਾ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਜਿੰਨੀ ਵਾਰੀ ਵੀ ਕਿਸੇ ਬੰਦੇ ਨੂੰ ਫੜ ਕੇ ਲੈ ਕੇ, ਮੈਂ ਤੁਹਾਨੂੰ ਹੁਣ ਐਗਜ਼ਾਮਪਲ ਦਿੱਤੀ ਹੈ ਕਿ ਮੈਂ SMO ਬੂਥਗੜ੍ਹ ਸੀ, ਜਿਸ ਦਿਨ ਸਵੇਰੇ ਮੇਰੇ ਉਹਨੂੰ RMP ਨੂੰ ਗੋਲੀਆਂ ਵੇਚਦੇ ਹੋਏ ਫੜਿਆ ਸੀਗਾ, ਉਸੇ ਦਿਨ ਸ਼ਾਮ ਨੂੰ ਮੇਰੀ ਬਦਲੀ ਹੋ ਗਈ ਸੀ। ਹੋਰ ਇਸ ਤੋਂ ਜ਼ਿਆਦਾ ਵੱਡੀ ਐਗਜ਼ਾਮਪਲ ਸਰਕਾਰ ਡਰਨਾ ਤਾਂ ਨਹੀਂ ਹੁੰਦਾ। ਚਲੋ ਮੈਂ ਤਾਂ ਇਹਨਾਂ ਕੋਲ ਕਦੀ ਨਹੀਂ ਡਰਿਆ, ਮੈਂ ਤਾਂ ਜਿੰਨੀ ਵਾਰੀ ਬਦਲੀ ਮੇਰੀ ਹੋਈ ਹੈ ਮੈਂ ਅਗਲੇ ਥਾਂ 'ਤੇ ਜਾ ਕੇ ਵਧੀਆ ਕੰਮ ਕਰ ਲਿਆ ਸੀ, ਮੈਨੂੰ ਤਾਂ ਇਹਨਾਂ ਦਾ ਫਰਕ ਨਹੀਂ ਸੀ ਪੈਂਦਾ। ਪਰ ਤੁਸੀਂ ਸਵਾਲ ਪੁੱਛਿਆ ਵੀ ਕੌਣ ਜ਼ਿੰਮੇਵਾਰ? 100% ਪੋਲੀਟੀਸ਼ੀਅਨ ਜ਼ਿੰਮੇਵਾਰ ਨੇ। ਥੱਲੇ ਵਾਲੇ ਬੰਦੇ ਨੂੰ ਮਤਲਬ ਇਨਕਰੇਜ ਕਰਦੇ ਆ, ਫਿਰ ਜਦੋਂ ਉਹਨੂੰ ਇਨਕਰੇਜ ਕਰਦੇ ਆ ਤਾਂ ਫਿਰ ਆਪਾਂ ਕਿਵੇਂ ਸੋਚਦੇ? ਡਾਕਟਰ ਸਾਹਿਬ ਇੱਕ ਹੋਰ ਬੜੀ ਤਗੜੀ ਗੱਲ ਸਾਹਮਣੇ ਆਉਂਦੀ ਆ ਕਿ ਇੱਕ ਅਨਪੜ੍ਹ ਬੰਦੇ ਨੂੰ ਕਿਹਾ, ਆਪਾਂ ਅਨਪੜ੍ਹ ਹੀ ਕਹਿ ਸਕਦੇ, 10ਵੀਂ ਅਨਕੁਆਲੀਫਾਈਡ ਬੰਦੇ ਨੂੰ ਚੁੱਕ ਕੇ ਸਿਹਤ ਮੰਤਰੀ ਲਾਤੇ, ਉਹ ਤੋਂ ਕੀ ਉਮੀਦ ਕਰ ਸਕਦੇ ਤੁਸੀਂ? ਤੁਹਾਡੇ ਇੱਥੇ ਆਪਾਂ ਹੁਣ ਜੀਰਕਪੁਰ ਬੈਠੇ ਹੋਏ ਹਾਂ ਅਤੇ ਜੀਰਕਪੁਰ ਵਿੱਚ ਮੈਂ ਤਾਂ ਵੈਸੇ ਉਹਨੂੰ ਬਲਵੀਰ ਸਿੰਘ ਜਿਹੜੇ ਹੈਗੇ ਸਿੱਧੂ ਮੰਤਰੀ ਸੀਗੇ, ਮੈਂ ਤਾਂ ਉਹਨਾਂ ਨੂੰ ਮੰਤਰੀ ਕਹਿੰਦਾ ਸੀ, ਮੈਂ ਤਾਂ ਉਹਨਾਂ ਨੂੰ ਬਦਲੀ ਮੰਤਰੀ ਕਹਿੰਦਾ ਸੀਗਾ ਜਾਂ ਸਿਹਤ ਵਿਭਾਗ ਮੰਤਰੀ ਕਹਿੰਦਾ ਸੀਗਾ। ਮੋਹਾਲੀ ਇੱਥੇ ਤੁਹਾਡੇ ਜੀਰਕਪੁਰ ਦੇ ਵਿੱਚ ਬੈਠ ਕੇ ਕਮਿਊਨਿਟੀ ਹੈਲਥ ਸੈਂਟਰ ਜਿਹੜਾ ਹੈਗਾ ਉਹਨੂੰ ਕਹਿ ਗਏ ਜੀ ਇਹ ਜਿਹੜਾ ਹੈਗਾ ਅਸੀਂ ਸਬ ਡਿਵੀਜ਼ਨ ਹਸਪਤਾਲ ਬਣਾਤਾ। ਤੁਸੀਂ ਆਪੇ ਸੋਚ ਲਓ, ਤੁਸੀਂ ਆਪ ਜਰਨਲਿਸਟ ਨੂੰ ਸੋਚੋ ਕਿ ਇਹ ਢਕੋਲੀ ਜਿਹੜੀ ਹੈ ਸਬ ਡਿਵੀਜ਼ਨ ਹੈ, ਜਦੋਂ ਇਹਦਾ ਮਤਲਬ ਹੈਗਾ ਕਿ ਮਿਨਿਸਟਰ ਨੂੰ ABC ਨਹੀਂ ਸੀ ਪਤਾ ਵਿੱਚ ਜਿਹੜੀ ਹੈ ਕਿ ਮੈਂ ਕਹਿ ਕੀ ਰਿਹਾ ਵਿੱਚ ਜਿਹੜੀ ਹੈਗੀ ਹੈ। ਔਰ ਤੁਹਾਡੇ ਇੱਥੇ ਸੋਸ਼ਲ ਐਕਟਿਵਿਸਟ ਹੈਗੇ ਨੇ, ਉਹਨਾਂ ਨੇ ਮੇਰੇ ਨਾਲ 2-3-4 ਦਿਨ ਪਹਿਲਾਂ ਵੀ ਮੇਰੀ ਗੱਲ ਉਹਨਾਂ ਦੇ ਨਾਲ ਹੋਈ ਹੈ ਕਿ ਇਹ ਜਿਹੜਾ ਜੀਰਕਪੁਰ ਜਿਹੜਾ ਹੈਗਾ ਜਾਂ ਢਕੋਲੀ ਕਹੀਏ ਆਪਾਂ, ਇਹ ਹੁਣ ਇੰਨੀ ਕੁ ਪਾਪੂਲੇਸ਼ਨ ਹੋ ਚੁੱਕੀ ਹੈ, ਇਹ ਕਮਿਊਨਿਟੀ ਹੈਲਥ ਸੈਂਟਰ ਨੂੰ
ਕਿਉਂਕਿ ਕਮਿਊਨਿਟੀ ਹੈਲਥ ਸੈਂਟਰ ਦੀਆਂ ਆਪਣੀਆਂ ਲਿਮਿਟੇਸ਼ਨਸ ਨੇ। ਇਹਨੂੰ ਸਿਵਲ ਹਸਪੀਟਲ ਬਣਾ ਕੇ 50 ਬਿਸਤਰਿਆਂ ਦਾ ਜਾਂ 100 ਬਿਸਤਰਿਆਂ ਦਾ, ਤਾਂ ਆਪਾਂ ਇਹਦੇ 'ਚ ਨਵੀਆਂ ਕੁਝ ਫੈਸਿਲਿਟੀਜ਼ ਕ੍ਰੀਏਟ ਕਰ ਸਕਾਂਗੇ। ਅਗਰ ਅਦਰਵਾਈਜ਼ ਜਿਹੜਾ ਹੈਗਾ ਨਾ, ਇਹ ਕਮਿਊਨਿਟੀ ਹੈਲਥ ਸੈਂਟਰ ਉਹਦੀਆਂ ਲਿਮਿਟੇਸ਼ਨਸ ਉਹਦੇ ਵਿੱਚ ਰਹਿਣ। ਮੰਤਰੀ ਦਾ ਕੀ, ਮੰਤਰੀ ਦਾ ਝੂਠ ਜਿਹੜੇ ਹੈਗੇ, ਇੱਕ ਥੋੜ੍ਹੀ ਝੂਠ ਥੋੜ੍ਹੀ ਮਾਰਿਆ, ਉਹ ਤਾਂ ਰੋਜ਼ ਹੀ ਝੂਠ ਮਾਰਦੇ ਵਿੱਚ। ਤੁਹਾਡੀ ਗੱਲ ਇਹ ਵੀ ਪੁਆਇੰਟ ਹੈਗਾ ਕਿ ਜਿੱਦਾਂ ਹੁਣ ਡੇਂਗੂ ਦੀ ਬਿਮਾਰੀ ਆਪਾਂ ਕਹੇ ਹਾਈ ਲੈਵਲ ਤੇ ਆ, ਪ੍ਰਾਈਵੇਟ ਜਿਹੜਾ ਹਸਪੀਟਲਾਂ ਵਾਲੇ ਬਾਹਰ ਟੈਂਟ ਲਵਾਏ ਹੋਏ ਆ, ਮੰਜਿਆਂ ਤੇ ਪਾਏ ਹੋਏ ਆ। ਆਪਣੇ ਸਰਕਾਰੀ ਹਸਪੀਟਲ ਆਪਾਂ ਵਿਜ਼ਿਟ ਕੀਤੀ ਸੀ, ਜਿਹੜਾ ਸੈਂਟਰ ਹੈਗਾ ਆਪਣਾ, ਉਹਨਾਂ ਕੋਲ ਡੇਂਗੂ ਜਾਂਚ ਕਰਨ ਵਾਲੀ ਕਿੱਟਾਂ ਤੱਕ ਅਵੇਲੇਬਲ ਨਹੀਂ, ਉਹ ਬਾਹਰੋਂ ਕਰਵਾ ਰਹੇ ਸਾਰਾ। ਬਾਹਰ ਪ੍ਰਾਈਵੇਟ ਹਸਪਤਾਲ ਵਾਲੇ ਗਲਤ ਦੱਸ ਰਹੇ ਸਾਰਾ। ਦੇਖੋ, ਪ੍ਰਾਈਵੇਟ ਹਸਪੀਟਲ ਦਾ ਤਾਂ ਇੱਕ ਬਿਜ਼ਨਸ ਹੈ, ਉਸ ਨੂੰ ਤਾਂ ਆਪਾਂ ਸਮਝ। ਸਾਡਾ ਜਿਹੜਾ ਜਿੱਥੇ ਜਦੋਂ ਤੱਕ ਆਪਾਂ ਗਵਰਨਮੈਂਟ ਨੌਕਰੀ ਦੀ ਗੱਲ ਕਰਦੇ ਹਾਂ ਜਾਂ ਗਵਰਨਮੈਂਟ ਦੇ ਹੈਲਥ ਡਿਪਾਰਟਮੈਂਟ ਦੀ ਗੱਲ ਕਰ ਰਹੇ ਹਾਂ, ਇਹ ਬੇਸਿਕਲੀ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈਗਾ। ਇੱਕ ਹੁੰਦਾ ਹੈ ਕਿ ਤੁਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਲੋਕ ਸਿਹਤਮੰਦ ਹੋਣ। ਦੂਸਰਾ ਉਹਦਾ ਪਾਰਟ ਹੁੰਦਾ ਹੈ ਕਿ ਉਹਦੇ 'ਚ ਇਲਾਜ ਕਰਨਾ। ਜਦ ਤੱਕ ਇਲਾਜ ਵਾਲੀ ਜਦੋਂ ਗੱਲ ਆ ਜਾਂਦੀ ਹੈ, ਜਿਹੜੇ ਜਾਗਰੂਕ ਕਰਨ ਵਾਲੀ ਗੱਲ, ਉਹ ਤਾਂ ਤੁਸੀਂ ਦੇਖਿਆ ਵੀ ਹੈਲਥ ਡਿਪਾਰਟਮੈਂਟ ਜਿਹੜਾ ਹੈ ਕਈ ਸਾਰੀਆਂ ਫਲੈਕਸਾਂ ਲਾਈਵ ਹੁੰਦਾ, ਇਹ ਬਟ ਚਲੋ ਉਹਨਾਂ ਦਾ ਉਹ ਸਿਸਟਮ ਥੋੜ੍ਹਾ ਕੰਪੈਟਲੀ ਬੈਟਰ ਵੀ ਹੈਗਾ ਬਹੁਤ ਸਾਰੇ ਥਾਵਾਂ ਦੇ ਉੱਤੇ। ਲੇਕਿਨ ਜਦੋਂ ਟ੍ਰੀਟਮੈਂਟ ਦੀ ਗੱਲ ਆਉਂਦੀ ਨਾ, ਜਦੋਂ ਤੁਸੀਂ ਟ੍ਰੀਟਮੈਂਟ ਦੀ ਗੱਲ, ਉਹ ਤਾਂ ਹੈਲਥ ਡਿਪਾਰਟਮੈਂਟ ਦੇ ਕੋਲ ਟ੍ਰੀਟਮੈਂਟ ਤਾਂ ਹੈ ਹੀ ਨਹੀਂ ਕੁਝ ਵੀ। ਤਾਂ ਬੜੀ ਵਾਰੀ ਜਿਹੜਾ ਹੈਗਾ ਇਹ ਡਿਸਕਸ਼ਨ ਚਾਹੀ ਹੈ ਪਿੱਛੇ ਕੋਰਟ ਦੇ ਵਿੱਚ, ਸਾਰਾ ਕੁਝ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਹੈਲਥ ਡਿਪਾਰਟਮੈਂਟ ਕੋਲ ਤਾਂ ਕੁਝ ਵੀ ਨਹੀਂ ਹੈ। ਅੱਛਾ, ਇੱਕ ਗੱਲ ਆਪਾਂ ਹੋਰ ਕਰਦੇ ਹਾਂ ਕਿ ਜ਼ਿਆਦਾਤਰ ਆਪਾਂ ਕਹਾਂਗੇ ਜਿਹੜੇ ਡਾਕਟਰ ਹੈਗੇ ਸਰਕਾਰੀ ਹਸਪੀਟਲ ਲਗਾ ਲਓ, ਢਕੋਲੀ ਵਾਲਾ ਲਾਵਾਂਗੇ ਆਪਾਂ, ਕੋਈ ਸਾਡਾ ਏਰੀਆ ਪੈਂਦਾ, ਜ਼ਿਆਦਾਤਰ ਡਾਕਟਰ ਜਿੱਥੇ ਆਪਾਂ ਨੂੰ ਐਬਸੈਂਟ ਹੀ ਮਿਲਦੇ ਆ। ਜਦੋਂ ਇਹਨਾਂ ਨਾਲ ਗੱਲ ਕਰਦੇ ਸਾਡੀ VIP ਡਿਊਟੀ ਲੱਗੀ, ਸਾਡੀ ਕਿਤੇ ਲੱਗੀ, ਅਸੀਂ ਉੱਥੇ ਸੀ, ਨਾ ਫੋਨ ਚੱਕਦੇ, ਨਾ ਸਾਨੂੰ ਅਵੇਲੇਬਲ ਮਿਲਦੇ। ਨਹੀਂ, ਇਹ ਗੱਲ ਤੁਹਾਡੀ ਠੀਕ ਹੈਗੀ ਹੈ ਕਿ ਡਾਕਟਰਸ ਦੇ ਜਿਹੜੀ ਐਬਸੈਂਸ ਤਾਂ ਨਹੀਂ ਆਪਾਂ ਕਹਾਂਗੇ, ਕਿਉਂਕਿ ਡਾਕਟਰਸ ਨੂੰ ਨਾ ਡਿਊਟੀਆਂ ਬਹੁਤ ਜ਼ਿਆਦਾ ਦਿੱਤੀਆਂ ਹੋਈਆਂ ਨੇ ਵਿੱਚ। ਔਰ ਇਹੀ VIP ਡਿਊਟੀ ਮੈਨੂੰ ਯਾਦ ਹੈ ਕਿ 2012 ਦੀ ਗੱਲ ਹੈ, 12 ਜਾਂ 13 ਹੋਣ ਦੇ ਵਿੱਚ ਮੇਰੇ ਵੱਲੋਂ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਨੂੰ ਇਹੀ ਲੈਟਰ ਲਿਖੀ ਗਈ ਕਿ ਆਈ ਐਮ ਸ਼ੇਮਫੁਲ ਆਫ ਮਾਈ ਓਨ ਆਰਡਰਸ। ਹੋਇਆ ਕਿ ਤੁਸੀਂ ਦੇਖੋ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਡਾਕਟਰ ਜਿਹੜਾ ਹੈਗਾ ਉਹ ਕਹਿੰਦੇ VIP ਤੇ ਇੱਥੇ ਆਉਣਾ ਕੀ ਹੈ ਜੀ, ਇੱਕ ਚੀਫ ਜਸਟਿਸ ਨੇ ਆਉਣਾ ਜੀ, ਬਾਅਦ 'ਚ ਆ ਗਿਆ ਕਿ ਆਪਣਾ ਉਸ ਤਰ੍ਹਾਂ ਦੇ ਡਿਪਟੀ CM ਸੀਗਾ ਉਹਨਾਂ ਨੇ ਆਉਣਾ, ਤੀਸਰੇ ਪਾਸੋਂ ਆ ਗਿਆ ਜੀ ਹਰਿਆਣੇ ਦੇ ਗਵਰਨਰ ਨੇ ਆਉਣਾ। ਮੈਨੂੰ ਜਿਹੜਾ ਹੈਗਾ ਉਹ 2 ਵਜੇ ਕਾਲ ਆਉਂਦੀ ਹੈ ਕਿ ਤੁਸੀਂ ਆਪਣੀ ਇੱਕ ਟੀਮ ਲਗਾਓ। ਟੀਮ ਜਿਹੜੀ ਹੈਗੀ ਆ ਉਹ 4 ਵਜੇ ਲਗਾਓ ਜੀ। 4 ਵਜੇ ਸਾਡੀ ਟੀਮ ਉੱਥੇ ਪਹੁੰਚ ਗਈ, ਰਾਤ ਨੂੰ 11 ਵਜੇ ਤੱਕ ਉੱਥੇ ਕੋਈ ਨਹੀਂ ਆਇਆ। ਸਾਡਾ ਡਾਕਟਰ ਜਿਹੜਾ ਹੈਗਾ ਉਹ ਸੜਕ ਦੇ ਕਿਨਾਰੇ ਬੈਠਾ ਹੈ। ਤੋ ਡਾਕਟਰਸ ਜਿਹੜੇ ਹੈਗੇ, ਪਹਿਲੀ ਗੱਲ ਤਾਂ ਜਿਵੇਂ ਹੁਣ ਆਪਾਂ ਢਕੋਲੀ ਦੀ ਵੀ ਗੱਲ ਕਰੀਏ, ਇੱਕ ਤਾਂ ਇੱਥੇ ਡਾਕਟਰ ਪੂਰੇ ਨਹੀਂ ਹੈ, ਸਪੈਸ਼ਲਿਸਟ ਡਾਕਟਰ ਤਾਂ ਵੈਸੇ ਨਹੀਂ ਹੈ। ਫਿਰ ਉਹਨਾਂ ਦੀ ਡਿਊਟੀਆਂ ਜਿਹੜੀਆਂ ਹੈਗੀਆਂ ਨੇ ਉਹ ਕਦੀ ਤੇਰੀ ਐਮਰਜੈਂਸੀ ਡਿਊਟੀ ਲੱਗ ਗਈ ਜੀ, ਕਦੀ ਤੇਰੀ ਇਹ ਨਾਈਟ ਡਿਊਟੀ ਲੱਗ ਗਈ ਹੈ ਜੀ, ਕਦੀ ਤੇਰੀ ਇਹ VIP ਡਿਊਟੀ ਜਿਹੜੀ ਹੈਗੀ ਹੈ, ਕਦੀ ਤੇਰੀ ਫਲਾਣੇ ਮੈਡੀਕਲ ਲੀਗਲ ਡਿਊਟੀ ਹੈਗੀ ਹੈ। ਤਾਂ ਫਿਰ ਡਾਕਟਰਸ ਨੇ ਤਾਂ ਕਿੱਥੇ ਮਿਲਣਾ ਡਾਕਟਰ? ਇਹ ਗੱਲ ਤਾਂ ਪੱਕੀ ਹੈਗੀ ਹੈ ਕਿ ਸਰਕਾਰੀ ਡਾਕਟਰਸ ਜਿੱਥੇ ਉਹ ਪੋਸਟਡ ਹੈਗੇ ਨੇ ਉਹਨਾਂ ਦੀਆਂ ਕਾਫੀ ਸਾਰੀਆਂ ਲਿਮਿਟੇਸ਼ਨਸ ਨੇ, ਕਿਉਂਕਿ ਡਾਕਟਰ ਪੂਰੇ ਨਹੀਂ ਹੈ ਜਿੰਨੇ ਹੋਣੇ ਚਾਹੀਦੇ, ਉਨੇ ਹੈ ਨਹੀਂ ਉਹਦੇ ਵਿੱਚ। ਹਾਂਜੀ, ਇਹ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਕਿ ਹਸਪਤਾਲ ਜਿਹੜੇ ਪ੍ਰਾਈਵੇਟ ਵੱਧਦੇ ਜਾ ਰਹੇ ਆ ਤੇ ਸਰਕਾਰੀ ਹਸਪਤਾਲ ਬੇਕਦਰੀ ਹੋ ਰਹੀ ਹੈ। ਉਹ ਕਾਰਨ ਹੀ ਹੈ ਨਾ, ਕਿਉਂਕਿ ਜਦੋਂ ਗਵਰਨਮੈਂਟ ਦਾ ਸੈਟਅਪ ਫੇਲ ਹੋਏਗਾ ਤਾਂ ਫਿਰ ਪ੍ਰਾਈਵੇਟ ਸੈਟਅਪ ਤਾਂ ਆਏਗਾ ਹੀ ਨਾ। ਅੱਜ ਹੁਣ ਤੁਸੀਂ ਦੇਖੋ ਬੜੇ ਸਾਰੇ ਥਾਵਾਂ 'ਤੇ ਇਕੱਲਾ ਹੈਲਥ ਡਿਪਾਰਟਮੈਂਟ ਨਹੀਂ, ਬਾਕੀ ਮਹਿਕਮਿਆਂ ਦੀ ਪ੍ਰਾਈਵੇਟੇਸ਼ਨ ਦੀ ਗੱਲ ਹੋ ਰਹੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਜਿਹੜਾ ਗਵਰਨਮੈਂਟ ਦਾ ਜਿਹੜੀ ਆਪਾਂ ਹੁਣੇ ਆਪਾਂ ਡਾਕਟਰਾਂ ਦੀ ਗੱਲ ਕੀਤੀ ਹੈ, ਤੁਸੀਂ ਟਰਾਂਸਪੋਰਟ ਡਿਪਾਰਟਮੈਂਟ ਦਾ ਲੈ ਲਓ। ਬੱਸਾਂ ਜਿਹੜੀਆਂ ਹੈਗੀਆਂ ਨੇ, ਲੋਕ ਟਰਾਂਸਪੋਰਟ ਆਪਣੇ ਘਰ 'ਚ ਬਣਾਉਂਦੇ ਨੇ, ਟਰਾਂਸਪੋਰਟਰ ਵੱਡੇ ਕਹਾਉਂਦੇ ਨੇ, ਉਹਦਾ ਫਾਇਦਾ ਉਠਾਉਂਦੇ ਨੇ। ਗਵਰਨਮੈਂਟ ਦੀ ਟਰਾਂਸਪੋਰਟ ਜਿਹੜੀ ਹੈਗੀ ਉਹ ਘਾਟੇ 'ਚ ਜਾਂਦੀ ਹੈ ਵਿੱਚ। ਜਿਹੜੀ ਹੈ ਬਿਜਲੀ ਵਾਲਾ ਤੁਹਾਡੇ ਘਾਟੇ 'ਚ, ਪਾਣੀ ਵਾਲਾ ਤੁਹਾਡੇ ਘਾਟੇ ਦੇ ਵਿੱਚ, ਤੇ ਰੇਤ ਬਜਰੀ ਤੁਹਾਡੀ ਘਾਟੇ 'ਚ, ਤੇ ਫਿਰ ਤੁਹਾਡੇ ਕੋਲ ਹੈ ਕੀ ਹੈ ਵਿੱਚ ਜਿਹੜੀ ਬੇਸਿਕਲੀ ਇਹ ਗਵਰਨਮੈਂਟ ਦੀ ਨਾਨ ਪਲੈਨਿੰਗ ਦਾ ਪਾਰਟ ਹੈ ਬੇਸਿਕਲੀ। ਇੱਕ ਆਪਾਂ ਗਵਰਨਮੈਂਟ ਦੀ ਜਿੱਦਾਂ ਪਲੈਨਿੰਗ ਦੀ ਗੱਲ ਕੀਤੀ, ਆਪਾਂ ਗਵਰਨਮੈਂਟ ਨੂੰ ਫੇਲੀਅਰ ਵੀ ਕਹਿ ਸਕਦੇ ਕਿ ਡਾਕਟਰ ਕਈ 35 40 ਦਿਨ ਹੜਤਾਲ 'ਤੇ ਰਹਿੰਦੇ ਆ, ਉਹਦਾ ਖਮਿਆਜਾ ਵੀ ਤਾਂ ਮਰੀਜ਼ਾਂ ਨੂੰ ਭੁਗਤਣਾ ਪੈਂਦਾ। ਚਲੋ ਹੜਤਾਲ ਦਾ ਤਾਂ ਫਿਰ ਆਪਾਂ ਇਸ ਤਰ੍ਹਾਂ ਕਹਿੰਦੇ ਆ ਵੀ ਮੈਂ ਤਾਂ ਵੈਸੇ ਬਹੁਤੀ ਉਹਦੀ ਹੜਤਾਲਾਂ ਦੇ ਹੱਕ 'ਚ ਹੈ ਨਹੀਂ ਵੈਸੇ ਬੇਸਿਕਲੀ, ਪਰ ਜਿਵੇਂ ਜਦੋਂ ਅਸੀਂ ਨੌਕਰੀ ਜੁਆਇਨ ਕੀਤੀ ਸੀ ਉਸ ਟਾਈਮ 'ਤੇ ਅਸੀਂ 95 ਦਿਨ ਦੀ ਸਟ੍ਰਾਈਕ ਕੀਤੀ ਸੀ, ਸਾਨੂੰ ਨਹੀਂ ਸੀ ਰਾਈਟਸ ਮਿਲੇ ਵਿੱਚ ਜਿਹੜੇ ਹੈਗੇ। ਪਰ ਐਟ ਦਾ ਸੇਮ ਟਾਈਮ ਜਿਹੜਾ ਸਾਡਾ ਪ੍ਰੋਫੈਸ਼ਨ ਹੈ ਇਹ ਥੋੜ੍ਹਾ ਜਿਹਾ ਡਿਮਾਂਡ ਕਰਦਾ ਹੈ ਕਿ ਜਿਵੇਂ ਕਹਿੰਦੇ ਨਾ ਆਪਾਂ ਥੋੜ੍ਹਾ ਪੋਲਾਈਟਨੈਸ ਇਹਦੇ 'ਚ ਜ਼ਿਆਦਾ ਡਿਮਾਂਡ ਕਰਦਾ। ਇਹ ਬਹੁਤਾ ਹਾਰਡ ਨਹੀਂ ਹੋ ਸਕਦੇ ਆਪਾਂ। ਜੇ ਮੰਨ ਲਓ ਵੀ ਮੈਨੂੰ ਨਹੀਂ ਵੀ ਰਾਈਟ, ਜੇ ਤਨਖਾਹ ਘੱਟ ਵੀ ਮਿਲੀ ਇਹਦਾ ਮਤਲਬ ਥੋੜ੍ਹੀ ਹੈ ਕਿ ਮੇਰੇ ਮਰੀਜ਼ ਨਹੀਂ ਦੇਖਣੇ ਵਿੱਚ ਜਿਹੜੀ। ਸੋ ਇਹ ਡਿਮਾਂਡ ਨਹੀਂ ਕਰਦਾ ਪ੍ਰੋਫੈਸ਼ਨ ਥੋੜ੍ਹਾ ਡਿਫਰੈਂਟ ਜਿਹਾ ਪ੍ਰੋਫੈਸ਼ਨ ਹੈ ਬਾਕੀ ਸਾਰਿਆਂ ਦੇ ਮੁਕਾਬਲੇ 'ਚ। ਪਰ ਇਹ ਹੈਗਾ ਕਿ ਸਰਕਾਰ ਜਿਹੜੀ ਹੈਗੀ ਹੈ, ਜਦੋਂ ਆਪਾਂ ਸਾਰੇ ਤੁਸੀਂ ਦੇਖੋ ਕਿ ਪੰਜਾਬ 'ਚ ਕਿੰਨੀ ਪਾਪੂਲੇਸ਼ਨ ਹੈ ਜਿਹੜੀ ਰੂਰਲ ਏਰੀਆ 'ਚ ਰਹਿੰਦੀ ਹੈ, 60-70%। ਅਤੇ ਇਹਨਾਂ ਨੇ ਰੂਰਲ ਏਰੀਆ ਅਨਾਊਂਸ ਕਿਉਂ ਕੱਟਿਆ? 6% ਸੀਗਾ ਰੂਰਲ ਏਰੀਆ ਅਲਾਊਂਸ ਜਿਹੜਾ ਕੱਟ ਦਿੱਤਾ ਵਿੱਚ। ਇੱਕ ਪਾਸੇ ਤੁਸੀਂ ਕਹਿੰਦੇ ਜੀ ਅਸੀਂ ਲੋਕਾਂ ਦੇ ਘਰ ਸਰਵਿਸ ਪਹੁੰਚਾਉਣੀਆਂ ਨੇ, ਇੱਕ ਪਾਸੇ ਤੁਸੀਂ ਰੂਰਲ ਏਰੀਆ ਅਲਾਊਂਸ। ਇਸੇ ਤਰ੍ਹਾਂ ਹੀ ਡਾਕਟਰਾਂ ਦਾ ਜਿਹੜਾ ਹੈਗਾ NPA, ਜਦੋਂ ਇਹ ਗੱਲ ਮੰਨ ਲਈ ਗਈ ਹੈ ਕਿ ਲੋਕਾਂ ਦੇ ਦਿਮਾਗ 'ਚ ਸ਼ਾਇਦ NPA ਫਸਿਆ ਹੋਇਆ ਕਿ ਇਹ ਨਾਨ ਪ੍ਰੈਕਟਿਸ ਅਲਾਊਂਸ ਹੈ। ਇਕੱਲਾ ਇੱਦਾਂ ਨਹੀਂ ਹੈਗਾ ਕਿ ਡਾਕਟਰ ਪ੍ਰੈਕਟਿਸ ਨਹੀਂ ਕਰਨਗੇ, ਇਹਦੇ ਨਾਲ 4 ਚੀਜ਼ਾਂ ਹੋਰ ਵੀ ਅਟੈਚ ਨੇ। ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈਗਾ ਕਿ ਡਾਕਟਰ ਨੂੰ ਪੜ੍ਹਾਈ ਬੜੀ ਲੰਬੀ ਹੁੰਦੀ ਹੈ। ਨੰਬਰ 2 ਹੁੰਦਾ ਹੈ ਕਿ ਇਹਨਾਂ ਦੀ ਸਰਵਿਸ ਦੇ ਵਿੱਚ ਐਂਟਰੀ ਬੜੀ ਲੇਟ ਹੁੰਦੀ ਹੈ। ਤੀਸਰਾ ਇਹਦੇ 'ਚ ਇਹ ਮੰਨਿਆ ਗਿਆ ਕਿ ਪ੍ਰਮੋਸ਼ਨਾਂ ਬਹੁਤ ਘੱਟ ਹੁੰਦੀਆਂ ਨੇ ਵਿੱਚ ਜਿਹੜੀਆਂ।
ਚੌਥਾ ਇਹ ਮੰਨਿਆ ਗਿਆ ਕਿ ਵੀ ਬਹੁਤ ਹੀ ਜਿਵੇਂ ਆਪਾਂ ਕਹੀਏ ਨਾ ਡੇਂਜਰਸ ਹਜ਼ਾਰਡਸ ਬੜਾ ਕੰਪਲਿਕੇਟਡ ਪ੍ਰੋਫੈਸ਼ਨ ਹੈ, ਇਸ ਕਰਕੇ ਆਪਾਂ ਨੂੰ NPO ਮਿਲਦਾ ਸੀਗਾ। ਲੇਕਿਨ ਇਹਨਾਂ ਨੇ ਕੀਤਾ ਕਿ ਪੇ ਕਮਿਸ਼ਨ ਦੇ ਵਿੱਚ ਤੁਸੀਂ ਦੇਖੋ ਕਿ ਚਲੋ ਮੈਂ ਇਹ ਵੀ ਗੱਲ ਮੰਨ ਲੈਣਾ ਕਿ ਸੈਂਟਰ ਨੇ ਜਿਹੜਾ ਹੈਗਾ 25% ਨੂੰ ਘਟਾ ਕੇ 20% ਕਰਤਾ ਸੀ, ਜਾਂ ਇਹਨਾਂ ਨੇ ਇੱਕ ਫਿਕਸਡ ਫਾਰਮੂਲਾ ਜਿਹੜਾ ਹੈਗਾ ਉਹ ਜਿਹੜਾ 0.1 ਸੀਗਾ ਉਹਨੂੰ 0.8 ਵਾਲਾ ਫਾਰਮੂਲਾ ਲਾਇਆ, 1 ਵਾਲਾ ਫਾਰਮੂਲਾ 0.8 ਤੇ ਲਾਇਆ ਸੀਗਾ। ਚਲੋ ਮੈਂ ਉਹ ਗੱਲ ਨੂੰ ਮੰਨ ਲਈ, ਲੇਕਿਨ ਉਸ ਨੂੰ ਤੁਸੀਂ ਡੀਲਿੰਕ ਕਿਉਂ ਕਰਦੇ ਹੋ? ਇੱਕ ਪਾਸੇ ਤੁਸੀਂ ਡਾਕਟਰ ਨੂੰ ਪ੍ਰੈਕਟਿਸ ਨਹੀਂ ਕਰਨ ਦੇਣੀ, ਉਹਨੂੰ ਕਹਿੰਦੇ ਤੁਹਾਨੂੰ ਚੱਕ ਕੇ ਅੰਦਰ ਕਰਾਂਗੇ, ਦੂਜੇ ਪਾਸੇ ਤੁਸੀਂ ਉਹਦਾ NPA ਵੀ ਕੱਟ ਲਿਆ ਵਿੱਚ ਜਿਹੜੀ ਹੈਗੀ। ਸੋ ਇਹ ਨਾ ਕੁਛ ਕੰਪਲਿਕੇਟਡ ਇਸ਼ੂ ਹੈਗੇ ਨੇ, ਇਹ ਗਵਰਨਮੈਂਟ ਦੇ ਕ੍ਰੀਏਟ ਕੀਤੇ ਹੋਏ ਨੇ ਬੇਸਿਕਲੀ, ਨੌਨ ਪਲੈਨਿੰਗ ਦਾ ਪਾਰਟ ਫੇਲੀਅਰ। ਮੈਂ ਤਾਂ ਹੀ ਫੇਲੀਅਰ ਲਫ਼ਜ਼ ਹਾਂ, ਨੌਨ ਪਲੈਨਿੰਗ ਦਾ ਪਾਰਟ ਹੈ ਕਿ ਤੁਸੀਂ ਹਰ ਗੱਲ ਜਿਹੜੀ ਹੈਗੀ ਨਾ ਉਸ ਨੂੰ ਜਸਟੀਫਾਈ ਕਰੋ। ਆ ਤੁਸੀਂ ਦੇਖੋ ਹੁਣ ਕੀ ਹੋ ਰਿਹਾ, ਕਿੰਨੀ ਦੇਰ ਹੋ ਗਈ, 4.5 ਸਾਲ ਲੰਘ ਗਏ। 4.5 ਸਾਲ ਦੇ ਵਿੱਚੋਂ 2 ਸਾਲ ਪਹਿਲਾਂ ਲੰਘਾ ਗਈ ਪਹਿਲੀ ਵਾਲੀ ਸਰਕਾਰ। 6.5 ਸਾਲਾਂ ਦੇ ਵਿੱਚ ਜਿਹੜਾ ਪੇ ਕਮਿਸ਼ਨ ਹੈਗਾ ਉਹ ਹੁਣ ਅਲਾਊਂਸੇਜ ਇਹਨੇ ਸਾਰੇ ਖਾ ਜਾਣੇ ਆ, ਕਿਉਂਕਿ ਦਿੱਤੇ ਤਾਂ ਹੈ ਨਹੀਂ ਇਹਨਾਂ ਨੇ। ਇਹ ਕਹਿੰਦੇ ਜੀ ਅਸੀਂ ਜਦੋਂ ਰੀਸੈਂਟ ਹੈਗਾ ਬੇਸਿਕ ਪੇ ਦਾ ਵੀ ਰੌਲਾ ਪਾਲਿਆ, ਕਦੀ ਆਹ ਫਾਰਮੂਲਾ ਲਾਵਾਂਗੇ ਜੀ, ਕਦੀ ਇਹ ਫਾਰਮੂਲਾ ਲਾਵਾਂਗੇ, ਕਦੀ ਸਵੇਰ ਨੂੰ ਹੋਰ ਕੋਈ ਹੁੰਦੀ ਹੈ ਸਟੇਟਮੈਂਟ, ਸ਼ਾਮ ਨੂੰ ਕੋਈ ਹੋਰ। 6.5 ਸਾਲਾਂ ਦੇ ਵਿੱਚ ਗਵਰਨਮੈਂਟ ਮੁਲਾਜ਼ਮ ਜਿਹੜਾ ਹੈਗਾ, ਜਿਹੜਾ ਰੈਗੂਲਰ ਗਵਰਨਮੈਂਟ ਮੁਲਾਜ਼ਮ ਹੈਗਾ, ਉਹਦਾ 6.5 ਸਾਲਾਂ ਦਾ ਇਹ ਕਈ ਅਰਬਾਂ ਖਰਬਾਂ ਰੁਪਇਆ ਖਾ ਗਏ ਵਿੱਚੋਂ ਜਿਹੜੀ ਹੈਗੀ। ਦੂਸਰਾ ਉਹਦਾ ਸਭ ਤੋਂ ਵੱਡਾ ਪਾਰਟ ਇਹ ਸੀਗਾ ਵੀ ਅੱਧੇ ਤੋਂ ਜ਼ਿਆਦਾ ਸਟਾਫ ਜਿਹੜਾ ਹੈਗਾ ਉਹ ਕੰਟਰੈਕਟ 'ਤੇ ਹੈ, ਔਰ ਉਹਨੂੰ 5000 10,000 ਚਲਾਇਆ ਹੋਇਆ, ਤਾਂ ਮਤਲਬ ਨੌਨ ਪਲੈਨਿੰਗ ਵਾਲਾ ਪਾਰਟ ਹੋ ਗਿਆ। ਤੁਸੀਂ ਜੇ ਆਪਾਂ ਦੋਨੇ ਇੱਕੋ ਕੁਰਸੀ 'ਤੇ ਬੈਠੀਏ, ਬਰਾਬਰ 'ਤੇ ਆਪਾਂ ਬੈਠੇ ਹੋਏ ਹਾਂ, ਅਤੇ ਆਪਾਂ ਕੰਮ ਵੀ ਇੱਕੋ ਕਰ ਰਹੇ ਹਾਂ, ਤੁਸੀਂ ਬੋਲ ਰਹੇ ਹੋ ਮੈਂ ਤੁਹਾਨੂੰ ਜਵਾਬ ਦੇ ਰਿਹਾ, ਮੈਂ ਬੋਲ ਰਿਹਾ ਤੁਸੀਂ ਜਵਾਬ ਦੇ ਰਹੇ ਹੋ, ਵਿੱਚ ਜਿਹੜੀ ਹੈਗੀ, ਅਤੇ ਆਪਾਂ ਨੂੰ ਫਿਰ ਇੱਕੋ ਲੈਵਲ 'ਤੇ ਰੱਖਣਾ ਪਏਗਾ। ਸੋ ਇਕੁਅਲ ਪੇ, ਇਕੁਅਲ ਜਿਹੜੀ ਹੈਗੀ ਹੈ ਉਹ ਕੰਮ ਜਿਹੜਾ। ਔਰ ਤੁਸੀਂ ਮੈਂ ਸੈਂਸ ਸਾਹਿਬ ਤੁਹਾਨੂੰ ਦੱਸਣਾ ਚਾਹਾਂਗਾ, ਮੇਰੇ ਕੋਲ ਨਾ RTI ਦੀ ਇਨਫੋਰਮੇਸ਼ਨ ਮੈंने 2013 'ਚ ਲਈ। ਅੱਛਾ ਕਿ ਇਹ MLA ਐਡਮਿਨਿਸਟ੍ਰੇਸ਼ਨ ਇਹਨਾਂ ਨੇ ਕਿੰਨੇ ਦਿਨ ਕੰਮ ਕੀਤਾ। ਇਹਨਾਂ ਨੇ ਸਾਰੇ ਸਾਲ ਦੇ ਵਿੱਚ ਸਿਰਫ 3 ਸੈਸ਼ਨ ਲਾਏ, ਇੱਕ ਦੇ ਵਿੱਚ 10 ਦਿਨ ਸੀਗਾ, ਇੱਕ ਦਿਨ 'ਚ 1 ਦਿਨ ਸੀਗਾ, ਅਤੇ ਇੱਕ ਦਿਨ 'ਚ 3 ਦਿਨ ਸੀਗੇ। ਇਹਨਾਂ ਨੇ 18 ਦਿਨ ਕੰਮ ਕਰਕੇ ਤੇ 365 ਦਿਨ ਦੀ ਤਨਖਾਹ ਲੈਂਦੇ ਆ, ਇਹ ਵੀ ਤਾਂ ਤਨਖਾਹ ਲੈਂਦੇ ਆ। ਇਹਨਾਂ ਨੂੰ 365 ਦਿਨ ਦੀ ਤਨਖਾਹ ਕਿਉਂ ਮਿਲਣੀ ਚਾਹੀਦੀ ਹੈ? ਜੋ 18 ਦਿਨ ਤਾਂ ਮੇਰੀ RTI ਦੀ ਇਨਫੋਰਮੇਸ਼ਨ ਕਹਿੰਦੀ 18 ਦਿਨ ਕੰਮ ਕਰਕੇ ਤੁਸੀਂ 365 ਦਿਨ ਦੀ ਤਨਖਾਹ ਲੈਂਦੇ ਹੋ। ਫਿਰ ਇੱਕ ਬੰਦਾ ਜਿਹੜਾ ਹੈਗਾ ਰੈਗੂਲਰ ਜਿਹੜਾ ਕੰਟਰੈਕਟ 'ਤੇ ਲੱਗਿਆ ਹੋਇਆ, ਜਿਹਦੇ 'ਤੇ ਸਾਰਾ ਦਿਨ ਕਿ ਉਹਨੂੰ ਨੌਕਰੀ ਤੋਂ ਕੱਢਣ ਕਿ ਉਹ ਤਲਵਾਰ ਲੰਕਦੀ ਰਹਿੰਦੀ ਹੈ, ਫਿਰ ਵੀ ਤੁਸੀਂ ਉਸ ਨੂੰ 5000 10,000 ਤੇ। ਆਪਾਂ ਸਾਰਿਆਂ ਨੂੰ ਪਤਾ ਵੀ 5000 10,000 ਰੁਪਏ ਨਾਲ ਅੱਜ ਦੀ ਡੇਟ 'ਚ ਬੰਦਾ ਕੀ ਹੈ, ਇੱਕ ਸੂਟ ਨਹੀਂ ਆਉਂਦਾ ਜਿਵੇਂ ਆਪਾਂ ਕਹੀਏ। ਇੱਕ ਡਾਕਟਰ ਸਾਹਿਬ ਬਹੁਤ ਤਕੜਾ ਸਵਾਲ ਹੈਗਾ ਕਿ ਆਮ ਜਿਹੜੇ ਨਾਮੀ ਗ੍ਰਾਮੀ ਹਸਪਤਾਲਾਂ ਦੀ ਗੱਲ ਕਰਦੇ ਆਪਾਂ ਆਪਣੇ ਏਰੀਏ ਦੀ, ਉੱਥੇ ਹਮੇਸ਼ਾ ਇੱਕ ਕੰਪਲੇਂਟ ਆਉਂਦੀ ਹੈ ਕਿ ਜਦੋਂ ਵੀ ਮਰੀਜ਼ ਆਉਂਦਾ ਉਹਨੂੰ ਅਟੈਂਡ ਇੱਕ ਜਿਹੜਾ ਹੈਗਾ ਜੂਨੀਅਰ ਡਾਕਟਰ ਜਾਂ ਇੱਕ ਕੰਪਾਊਂਡਰ ਕਰਦਾ ਹੈ, ਔਰ ਦੇਖ ਕੇ ਸੌਦਾ ਤੈਅ ਕਰਕੇ ਤਾਂ ਡਾਕਟਰ ਬੁਲਾਉਂਦੇ ਆ ਉਹਨੇ, ਜਿਹਨੂੰ ਮਰੀਜ਼ ਦੀ ਕਈ ਵਾਰੀ ਮੌਤ ਹੋ ਜਾਂਦੀ ਜਾਂ ਕ੍ਰਿਟੀਕਲ ਹੋ ਜਾਂਦੀ ਹੈ। ਇਹ ਗੱਲ ਤੁਹਾਡੀ ਠੀਕ ਹੈ। ਇਹਦੇ 'ਚ ਇਹ ਜਿਹੜਾ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਜਿਹੜਾ ਹੈਗਾ, ਜਿਹੜਾ ਕਿ ਪੰਜਾਬ ਦੇ ਵਿੱਚ ਲਾਗੂ ਹੀ ਨਹੀਂ ਹੋ ਸਕਿਆ ਵਿੱਚ ਨਹੀਂ ਹੈਗੇ, ਉਸ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਦੇ ਵਿੱਚ ਇਹ ਕਲੌਜ਼ਸ ਸੀਗੀਆਂ ਕਿ ਤੁਹਾਨੂੰ ਨਾ ਹਰ ਇੱਕ ਬੰਦਾ ਜੋ ਵੀ ਅੰਦਰ ਇੰਪਲਾਈ ਹੈ, ਚਾਹੇ ਉਹਦੀ ਕੁਆਲੀਫਿਕੇਸ਼ਨ ਕੀ ਹੈ, ਕਿਹੜੇ ਡਾਕਟਰਸ ਨੇ ਅਤੇ ਉਹਦੀ ਕੀ ਕੁਆਲੀਫਿਕੇਸ਼ਨ ਹੈ, ਪਲੱਸ ਜਿਹੜਾ ਹੈਗਾ ਕਿ ਤੁਸੀਂ ਕਿਹੜੀ ਸਰਵਿਸ ਦੇ ਰਹੇ ਹੋ, ਔਰ ਉਸ ਸਰਵਿਸ ਦੀ ਤੁਸੀਂ ਕਿੰਨਾ ਰੇਟ ਜਿਹੜਾ ਹੈਗਾ ਉਹ ਲਾ ਰਹੇ ਹੋ ਵਿੱਚ ਜਿਹੜੀ ਹੈਗੀ ਆ। ਅੱਜ ਦੀ ਡੇਟ ਦੇ ਵਿੱਚ ਇਹ ਲੁੱਟ ਖਸੁੱਟ ਜਿਹੜੀ ਹੈਗੀ ਹੈ, ਇਹ ਸ਼ੀਸ਼ੇ ਵਾਲੇ ਡਾਕਟਰ ਮਹਾਨ ਨੇ ਬੇਸਿਕਲੀ ਜਿਹੜੇ ਹੈਗੇ ਪ੍ਰਾਈਵੇਟ ਹਸਪੀਟਲਸ ਜਿਹੜੇ ਹੈਗੇ ਨੇ, ਇਹਦੇ 'ਚ ਲੋਕ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਆ। ਤੁਸੀਂ ਡੇਂਗੂ ਦੀ ਹੁਣੇ ਜੇ ਗੱਲ ਕੀਤੀ ਨਾ, ਮੈਂ ਸਾਡੇ ਜਿਵੇਂ ਹੁਣ ਮਾਂਜੀਪੁਰ ਸਿੰਗਲੀ ਜਿਹੜਾ ਹੈਗਾ ਆਪਣੇ ਇਲਾਕੇ 'ਚ ਜਿਹੜਾ ਪਿੰਡ, ਉੱਥੇ 2-3 ਵਾਰੀ ਮੈਂ ਜਾ ਕੇ ਆਇਆ, ਤਾਂ ਮੈਂ ਉਹਨਾਂ ਨਾਲ ਗੱਲ ਕਰਦਾ ਸੀਗਾ ਕਿ ਤੁਹਾਨੂੰ ਜਾਗਰੂਕ ਕਰਨਾ ਕਿ ਬਿਮਾਰੀ ਕਿਉਂ ਹੁੰਦੀ। ਉਹ ਕਹਿੰਦੇ ਸਾਨੂੰ ਦਵਾਈ ਦੇ ਕੇ ਜਾਓ। ਇਹ ਤਾਂ ਮਤਲਬ ਲੋਕਾਂ ਦੀ ਮੈਂਟੈਲਿਟੀ। ਹੁਣ ਮੈਂ ਦੱਸੋ ਉਹਦੇ 'ਚ ਕੀ ਕਰਾਂ। ਮੈਂ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਸਮਝਾਉਣ ਆਇਆ ਕਿ ਬਿਮਾਰੀ ਨਾ ਹੋਵੇ, ਪਰ ਉਹ ਕਹਿੰਦੇ ਨਹੀਂ ਜੀ ਸਾਨੂੰ ਦਵਾਈ ਦਿਓ। ਸੋ ਇਹ ਜਿਹੜਾ ਅਜੇ ਤੱਕ ਹੈਲਥ ਦੇ ਬਾਰੇ ਸਪੈਸੀਫਿਕਲੀ ਜਿਹੜੀ ਲੋਕਾਂ ਦੇ ਦਿਮਾਗ ਵਿੱਚ ਮਿਸਕਨਸੈਪਸ਼ਨ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਬੜੀਆਂ। ਅੱਜ ਦੀ ਤੁਸੀਂ ਦੇਖ ਲਓ, ਕੱਲ੍ਹ ਮੈਂ ਉੱਥੇ ਦੇਖ ਰਿਹਾ ਸੀਗਾ, ਉਹ 60-70 ਬੰਦੇ ਬੈਠੇ ਹੋਏ ਸੀ, ਸਾਰਿਆਂ ਨੇ ਧਾਗਾ ਕਿਸੇ ਨੇ ਲੱਤ 'ਚ ਪਾਇਆ, ਕਿਸੇ ਨੇ ਬਾਂਹ 'ਚ ਪਾਇਆ ਜਿਹੜਾ ਹੈਗਾ। ਕੋਈ ਕਹਿੰਦਾ ਡਾਕਟਰ ਕੋਲ ਇਲਾਜ ਕਰਾਉਣ, ਮੈਂ ਕਹਿੰਦਾ ਕਿ ਇਹਦੀ ਜਿਹੜੀ ਹੈਗੀ ਆ ਤੁਸੀਂ ਸਾਫ਼ ਸਫਾਈ ਰੱਖੋ, ਉਹ ਕਹਿੰਦੇ ਜੀ ਤੁਹਾਨੂੰ ਦਵਾਈ ਦਿਓ। ਦੱਸੋ ਇਸ ਸੰਬੰਧੀ ਕੋਈ ਕਾਨੂੰਨ ਨਹੀਂ ਹੈਗਾ ਕਿ ਤੁਹਾਨੂੰ ਡਾਕਟਰ ਰੱਖਣਾ ਚਾਹੀਦਾ ਉੱਥੇ ਐਮਰਜੈਂਸੀ 'ਚ ਕੰਪਿਊਟਰ ਬਿਠਾ ਕੇ ਰੱਖਦੇ? ਮੈਂ ਤਾਂ ਕਿਹਾ ਤੁਹਾਨੂੰ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਜਿਹੜਾ ਹੈਗਾ ਉਹ ਇਹੀ ਗੱਲ ਸ਼ੋਅ ਕਰਦਾ ਸੀਗਾ ਕਿ ਇਹ ਜਿਹੜੀ ਲੁੱਟ ਖਸੁੱਟ ਹੋਣ ਦੀ ਕੜੀ ਹੋ ਰਹੀ ਹੈ। ਚਾਹੇ ਉਹ ਕਹਿੰਦੇ ਆ ਕਿ ਸਾਡਾ ਪ੍ਰਾਈਵੇਟ ਸੈਟਅਪ ਹੈ, ਕਿਉਂਕਿ ਆਪਣੇ ਕੋਲ ਕੋਈ ਇਸ ਤਰ੍ਹਾਂ ਦਾ ਲਾਅ ਨਹੀਂ ਨਾ ਬਣਿਆ ਹੋਇਆ ਕਿ ਉਹਨੂੰ ਕਿੰਨੇ ਪੈਸੇ ਲੈਣੇ, ਪਰ ਉਹ ਲਾਅ ਉਹ ਦੱਸੇ ਆਪਣਾ ਵੀ ਮੈਨੂੰ ਇੰਨੇ ਹੈਗੇ ਆ। ਫਿਰ ਜਿਹੜਾ ਜੋ ਵੀ ਪੇਸ਼ੈਂਟ ਹੋਏਗਾ ਉਹ ਆਪੇ ਡਿਸਾਈਡ ਕਰ ਲਊਗਾ ਕਿ ਮੈਂ ਇਸ ਮਹਿੰਗੇ ਮਰੀਜ਼ ਕੋਲ ਡਾਕਟਰ ਕੋਲ ਜਾਣਾ ਜਾਂ ਮੇਰੇ ਕੋਲ ਨਹੀਂ ਜਾਣਾ। ਪਰ ਜਦੋਂ ਤੁਸੀਂ ਦੱਸਿਆ ਨਹੀਂ ਹੁੰਦਾ, ਜਦੋਂ ਤੁਸੀਂ ਪਿੱਛੇ ਜੇ ਐਡ ਆਉਂਦੀ ਹੁੰਦੀ ਸੀ ਇੰਸ਼ੋਰੈਂਸ ਵਾਲਿਆਂ ਦੀ, ਉਹ ਕਹਿੰਦੇ ਸੀ ਉਹ ਬਿਮਾਰੀ ਨਾਲ ਤਾਂ ਮਰਿਆ ਨਹੀਂ ਪਰ ਉਹ ਬਿੱਲ ਨਾਲ ਜ਼ਰੂਰ ਮਰ ਗਿਆ। ਸੋ ਅੱਜ ਹਾਲਾਤ ਇੱਦਾਂ ਦੇ ਹੈ ਕਿ ਪਰ ਸਰਕਾਰ ਦੀ ਵਿਲ ਪਾਵਰ ਨਹੀਂ ਨਾ ਕਿ ਉਹੀ ਗੱਲ ਪਲੈਨਿੰਗ ਨਹੀਂ ਹੈ। ਤੁਸੀਂ ਸਰਕਾਰ ਜਿਹੜੀ ਬੇਸਿਕਲੀ ਉਹ ਲੁੱਟ ਖਸੁੱਟ ਆਪ ਵੀ ਕਰਦੀ ਹੈ ਅਤੇ ਕਰਵਾਉਂਦੀ ਵੀ ਹੈ। ਉਹ ਜੇ ਉਹਦੇ 'ਚੋਂ ਨਿਕਲੇਗੀ ਤਾਂ ਤਾਂ ਹੀ ਕੁਛ ਥੱਲੇ ਬਣੇਗਾ ਨਾ। ਜੇ ਨਿਕਲਦੀ ਨਹੀਂ ਪਈ, ਤੁਸੀਂ ਟਿਕਾਲੀ ਦੀ ਤੁਹਾਨੂੰ ਗੱਲ ਦੱਸੀ ਆਪਾਂ, ਕਮਿਊਨਿਟੀ ਹੈਲਥ ਸੈਂਟਰ ਨੂੰ ਸਬ ਡਿਵੀਜ਼ਨ ਹਸਪੀਟਲ ਕਹੀ ਜਾਂਦਾ, ਵਿੱਚ ਜਿਹੜਾ ਹੈਗਾ
ਸਾਰੇ ਇਲਾਕੇ ਦੇ ਵਿੱਚ ਇੱਕ ਹਸਪੀਟਲ ਸਿਰਫ ਡੇਰਾਬੱਸੀ ਜਿਹੜਾ ਹੈਗਾ ਉਹ 24/7 ਚੱਲਦਾ ਹੈ। ਉਸ ਤੋਂ ਜਿੰਨਾ ਚੱਲਦਾ ਜੋ ਉਹਦੀ ਬਿਲਡਿੰਗ ਵੀ ਖਸਤਾ ਹਾਲਤ ਚਲੋ ਜੋ ਚੱਲਦਾ ਹੈ ਉਹਨੂੰ ਤਾਂ ਮੈਂ ਤਾਂ ਵੈਸੇ ਕੁੱਕੜ ਕਰਨਾ ਹੀ ਕਹਿਣਾ ਹੁੰਦਾ ਵੈਸੇ ਬੇਸਿਕਲੀ ਤੁਸੀਂ ਦੇਖਿਆ ਬਣਿਆ ਕਿਵੇਂ ਦਾ ਹੋਇਆ ਵਿੱਚ ਤੇ ਬੰਦਾ ਅੰਦਰ ਜਿਹੜੀ ਹੈਗਾ ਜੇ ਐਮਰਜੈਂਸੀ ਵੜ ਜਾਵੇ ਤੁਹਾਡੀ ਐਂਬੂਲੈਂਸ ਬਿਮਾਰ ਹੋ ਜਾਂਦਾ। ਹਾਂ ਨਹੀਂ ਐਮਰਜੈਂਸੀ 'ਚ ਤੁਹਾਡੀ ਐਂਬੂਲੈਂਸ ਨਹੀਂ ਘੁੰਮ ਸਕਦੀ ਵਿੱਚ ਜਿਹੜੀ ਹੈਗਾ ਉੱਥੇ ਪਰ ਨਹੀਂ ਡਿਸਾਈਡ ਕਰ ਪਾਏ ਸਾਹਮਣੇ ਨਾਲ ਸੱਜੇ ਪਾਸੇ ਵੀ ਜਗ੍ਹਾ ਪਈ ਇੱਕ ਪਾਸੇ ਫੋਰੈਸਟ ਦੀ ਜਗ੍ਹਾ ਪਈ ਹੋਈ ਹੈ ਦੂਜੇ ਪਾਸੇ ਜਿਹੜਾ ਹੈਗਾ ਵੀਡੀਓ ਆਫਿਸ ਪਿਆ ਹੋਇਆ ਪਰ ਨਹੀਂ ਕੋਈ ਵੀ ਕੁੱਲ ਕਰਦਾ ਮਿਲਾ ਕੇ ਬੁਨਿਆਦੀ ਸਹੂਲਤਾਂ ਦੀ ਘਾਟ ਆਪਾਂ ਨੂੰ ਬਿਲਕੁਲ ਸੋ ਇਸ ਕਰਕੇ ਨਾ ਸਰਕਾਰ ਦੀ ਪਲੈਨਿੰਗ ਪਲੱਸ ਸਰਕਾਰ ਦੀ ਜਿਹੜੀ ਵਿਲ ਹੁੰਦੀ ਹੈ ਕਿਸੇ ਵੀ ਸਿਸਟਮ ਨੂੰ ਫੋਰਸ ਕਰਨ ਵਾਸਤੇ ਉਹ ਆਲਮੋਸਟ ਜ਼ੀਰੋ ਹੈਗੀ ਹੈ। ਇਸ ਕਰਕੇ ਆਪਾਂ ਸਫਰਰ ਹੈਗੇ ਹਾਂ ਥੱਲੇ ਮੈਂ ਭਾਵੇਂ ਐਜ਼ ਏ ਗਵਰਨਮੈਂਟ ਐਮਪਲਾਈ ਹੋਵਾਂ ਚਾਹੇ ਮੈਂ ਐਜ਼ ਏ ਜਸਟ ਏ ਸਿਟੀਜ਼ਨ ਹੋਵਾਂ ਦੋਵਾਂ ਪਾਸੇ ਮੈਂ ਸਫਰਰ ਬਣਿਆ ਹੋਇਆ ਕਿਉਂਕਿ ਇਹਨਾਂ ਦੀ ਪਲੈਨਿੰਗ ਹੈ ਹੀ ਨਹੀਂ ਕੁਝ ਵੀ ਇਹਨਾਂ ਨੂੰ ਸਿਰਫ ਪੰਜਾਬੀ 'ਚ ਤਾਂ ਕਹਿੰਦੇ ਵੀ ਸਿਰਫ ਆਪਣੇ ਢਿੱਡ ਭਰਨੇ ਆਉਂਦੇ ਆ ਬਸ। ਡਾਕਟਰ ਸਾਹਿਬ ਇੱਕ ਸਵਾਲ ਲਾਸਟ ਜਾਂਦੇ ਕਿ ਜਿਹੜਾ ਹੁਣ ਆਪਾਂ ਅੱਜ ਦਾ ਮਾਹੌਲ ਬਣਿਆ ਹੋਇਆ ਕਿ ਸਾਡੇ ਪੱਤਰਕਾਰ ਸਾਥੀ ਦਾ ਮੁੰਡਾ 20 ਸਾਲਾਂ ਮਾਰਿਆ ਗਿਆ ਇਹਨਾਂ ਡਾਕਟਰਾਂ ਦੇ ਕਰਕੇ ਜਿਹੜੇ ਯੂਨਾਨੀ ਡਿਗਰੀ ਲਈ ਫਿਰਦੇ ਆ ਇਹ ਜਿਹੜੀ ਵੱਧਦੀ ਹੋਈ ਗਿਣਤੀ ਇਹਨੂੰ ਸਰਕਾਰ ਰੋਕ ਸਕਦੀ ਕਿ ਸਾਨੂੰ ਜਨਤਾ ਨੂੰ ਆਪ ਕੁਛ ਐਫਰਟ ਕਰਨੇ ਚਾਹੀਦੇ ਤੁਹਾਡੇ ਹਿਸਾਬ ਨਾਲ ਲਾਸਟ ਕੀ ਕਹਿ ਸਕਦੇ ਤੁਸੀਂ? ਦੇਖੋ ਉਹਦੇ 'ਚ ਇਸ ਤਰ੍ਹਾਂ ਹੈਗਾ ਕਿ ਬੇਸਿਕਲੀ ਜਿੰਨੀ ਦੇਰ ਤੱਕ ਕਾਨੂੰਨ ਜਿਹੜਾ ਹੈਗਾ ਉਹ ਸਹੀ ਢੰਗ ਦੇ ਨਾਲ ਨਹੀਂ ਬਣਦਾ ਉਨੀ ਦੇਰ ਤੱਕ ਆਪਾਂ ਜੇ ਸਪੋਜ਼ ਮੈਂ ਐਜ਼ ਏ ਇੰਡੀਵਿਜੂਅਲ ਜਸਟ ਰੌਲਾ ਪਾਉਣਾ ਹੋਵੇ ਉਹਦੀ ਵੈਲਿਊ ਨਹੀਂ ਨਾ ਕੁਝ ਵੀ ਕਿਉਂਕਿ ਅਗਲਾ ਸਵਾਲ ਤਾਂ ਪੁੱਛਦਾ ਹੀ ਹੈ ਨਾ ਜਿਵੇਂ ਤੁਸੀਂ ਦੇਖੋ ਮੈਂ ਦੇਖ ਰਿਹਾ ਸੀਗਾ ਕਿ ਡਾਕਟਰ ਨੂੰ ਫੜਿਆ ਉੱਥੇ ਸੀਗਾ ਵਿੱਚ ਟੀਮ ਵੀ ਆਈ ਸੀ ਲੇਕਿਨ ਐਸਡੀਐਮ ਦੇ ਕੋਲ ਕਿਹੜੀ ਪਾਵਰ ਹੈਗੀ ਆ ਉਸ ਗੱਲ ਨੂੰ ਫੜਨ ਦੀ ਜੇ ਗਵਰਨਮੈਂਟ ਦੀ ਗਜ਼ਟਡ ਨੋਟੀਫਿਕੇਸ਼ਨ ਹੋਈ ਹੈ ਅਗਰ ਕਿਸੇ ਡਾਕਟਰ ਦੀ ਕੋਈ ਨੈਗਲੀਜੈਂਸ ਹੁੰਦੀ ਹੈ ਉਹ ਸਿਵਲ ਸਰਜਨ ਕੋਲ ਰਿਪੋਰਟ ਕਰਨੀ ਹੁੰਦੀ ਹੈ। ਸਿਵਲ ਸਰਜਨ ਇੱਕ ਕਮੇਟੀ ਜਿਹੜੀ ਹੈ ਜਦੋਂ ਉਹ ਆਪ ਹੀ ਚੇਅਰਮੈਨ ਹੁੰਦਾ ਉਹ ਜਿੰਨੀ ਦੇਰ ਤੱਕ ਉਹ ਨਹੀਂ ਇਹ ਗੱਲ ਕਹਿੰਦਾ ਕਿ ਇਹ ਨੈਗਲੀਜੈਂਸ ਹੋਈ ਹੈ ਉਨੀ ਦੇਰ ਤੱਕ ਤੁਸੀਂ ਕੇਸ ਦਰਜ ਨਹੀਂ ਕਰ ਸਕਦੇ। ਇੱਥੇ ਤਾਂ ਸਭ ਤੋਂ ਪਹਿਲਾਂ ਚੱਕ ਕੇ ਅੰਦਰ ਦਰਜ ਕਰ ਲੈਂਦੇ ਤੁਹਾਡੇ ਜੀਰਕਪੁਰ ਦੇ ਵਿੱਚ ਇੱਕ ਹੋਰ ਵੱਡੇ ਹਸਪੀਟਲ ਦੇ ਵਿੱਚ ਵੀ ਪਹਿਲਾਂ ਵੀ ਹੋਇਆ ਸੀਗਾ ਕੋਈ ਕਹਿੰਦਾ ਜੀ ਇਹਨੂੰ ਬੰਦ ਕਰ ਦਾਂਗੇ ਕਿਵੇਂ ਬੰਦ ਕਰ ਦੋਗੇ ਕਿਹੜੀ ਕਾਨੂੰਨ ਦੇ ਅੰਦਰ ਤੁਸੀਂ ਬੰਦ ਕਰ ਦਿਓਗੇ ਕਾਨੂੰਨ ਹੀ ਨਹੀਂ ਹੈਗਾ ਕੋਈ ਕਾਨੂੰਨ ਹੀ ਨਹੀਂ ਹੈ ਔਰ ਡੀਸੀ ਆਰਡਰ ਕਰੀ ਜਾਂਦਾ ਜੀ ਕਦੀ ਐਸਡੀਐਮ ਆਰਡਰ ਕਰੀ ਕਿਹੜੇ ਲਾਅ ਦੇ ਅੰਡਰ ਉਹ ਆਰਡਰ ਕਰਦੇ ਆ ਉਹਨੂੰ ਕੋਈ ਦੱਸੇ ਤਾਂ ਸਹੀ ਨਾ ਵਿੱਚ ਗਵਰਨਮੈਂਟ ਦੀ ਗਜ਼ਟਡ ਨੋਟੀਫਿਕੇਸ਼ਨ ਨੱਥ ਕਿੱਦਾਂ ਪੈ ਸਕਦੀ ਨੱਥ ਕਿੱਦਾਂ ਪਏਗੀ ਇਹਦਾ ਬਹੁਤ ਨੁਕਸਾਨ ਹੋ ਜਾਏਗਾ। ਨਹੀਂ ਦੇਖੋ ਨੱਥ ਦਾ ਜਿਸ ਤੱਕ ਪਾਰਟ ਹੈਗਾ ਉਹ ਤਾਂ ਹੀ ਪਏਗੀ ਨਾ ਕੋਈ ਗਵਰਨਮੈਂਟ ਪਲਾਨ ਕਰੇ ਨਾ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਪੋਲੀਟੀਸ਼ੀਅਨ ਆਪ ਤਾਂ ਕਰਾਉਂਦੇ ਆ ਮੈਂ ਤਾਂ ਆਪ ਸਫਰਰ ਹੈਗਾ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਡਾਕਟਰਸ ਹੈਗੇ ਐਸੇ ਜਿਹੜੇ ਇਸ ਗੱਲ ਦੇ ਵਿੱਚ ਸਫਰਰ ਬਣੇ ਹੋਏ ਆ ਵਿੱਚ ਜਿਹੜੀ ਹੈਗੇ ਬਿਨਾਂ ਮਤਲਬ ਤੋਂ ਚੱਕੀ ਜਿਹੜਾ ਹੈਗਾ ਉਸ ਨੂੰ ਅੰਦਰ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਆਪਾਂ ਰਿਜ਼ਲਟਸ ਜਿਹੜੇ ਹੈਗੇ ਆਪਾਂ ਸਾਰਿਆਂ ਦੇ ਸਾਹਮਣੇ ਹੈਗੇ ਜਿਸ ਤਰ੍ਹਾਂ ਮੈਂ ਕਿਹਾ ਵੀ ਹੁਣ ਜਿਹੜੇ ਪ੍ਰਾਈਵੇਟ ਹਸਪੀਟਲ ਵਾਲੇ ਆ ਉਹ ਪੈਸੇ ਜ਼ਿਆਦਾ ਕਿਉਂ ਲੈਂਦੇ ਨੇ ਕਿਉਂਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਲੱਗਿਆ ਹੋਇਆ ਉਹ ਜ਼ਿਆਦਾ ਪੈਸੇ ਕਿਉਂ ਲੈਂਦੇ ਆ ਕਿਉਂਕਿ ਲੋਕ ਉਹਨਾਂ ਦੇ ਅਗੇਂਸਟ ਕੇਸ ਕਰ ਦਿੰਦੇ ਆ ਆਹੀ ਸਟੋਰੀ ਬਣੀ ਹੋਈ ਹੈ ਸਾਰੀ ਅੱਜ। ਚਲੋ ਇਹ ਸਨ ਸਾਡੇ ਨਾਲ ਡਾਕਟਰ ਸਾਹਿਬ ਜਿਨ੍ਹਾਂ ਨੇ ਬਹੁਤ ਵਧੀਆ ਗੱਲਾਂ ਸਾਨੂੰ ਸਾਂਝੀਆਂ ਕੀਤੀਆਂ। ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ।